ਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ। ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਘ ਸੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ। ਮਿਹਰਾਂ ਦੇ ਖਜ਼ਾਨੇ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਜਹਰਾ ਜਹੂਰ ਹਾਜ਼ਰਾ ਹਜ਼ੂਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸ਼ਾਮ ਦੇ ਦੀਵਾਨਾਂ ਦੀ ਪ੍ਰਾਰੰਭਤਾ ਹੋਈ। ਗੁਰਮੁਖਾਂ ਤੋਂ ਉਹਨਾਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਉਡਭਾਗੀ ਜਨਾਂ ਨੇ ਸਰਵਣ ਕਰਕੇ ਆਪਣਾ ਸਮਾਂ ਆਪਣੇ ਸਵਾਸ ਸਫਲੇ ਕੀਤੇ ਹਨ। ਅੱਜ ਸਾਧ ਸੰਗਤ ਜੀ ਮਾਘ ਦੇ ਮਹੀਨੇ ਦੀ ਸੰਗਰਾਂਦ ਹੈ, ਦੇਸੀ ਮਹੀਨੇ ਦੀ ਪ੍ਰਾਰੰਭਤਾ ਹੈ ਔਰ ਇਹਦੇ ਨਾਲ ਨਾਲ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ 40 ਮੁਕਤਿਆਂ ਦੀ ਯਾਦ ਵਿੱਚ ਬਹੁਤ ਭਾਰੀ ਜੋੜ ਮੇਲਾ ਅੱਜ ਦੇ ਦਿਨ ਮਾਘੀ ਦੇ ਦਿਨ ਉੱਥੇ ਮਨਾਇਆ ਜਾਂਦਾ ਹੈ। ਆਪਾਂ ਨੂੰ ਪਤਾ ਹੈ ਕਲਗੀਧਰ ਪਾਤਸ਼ਾਹ ਜੀ ਦੇ ਪਰਮ ਪਿਆਰੇ ਗੁਰਮੁਖ ਪਿਆਰੇ ਇਹ ਸੂਰਮੇ, ਇਹ 40 ਉਹ ਗੁਰਮੁਖ ਜਿਨ੍ਹਾਂ ਨੇ ਮਜੀਦੇ ਦੀ ਫੌਜ ਦਾ ਟਾਕਰਾ ਕਰਦਿਆਂ ਹੋਇਆਂ ਮੁਕਤਸਰ ਸਾਹਿਬ ਦੀ ਧਰਤੀ 'ਤੇ ਖਦਰਾਣੇ ਦੀ ਢਾਲ ਦੇ ਕਿਨਾਰੇ 'ਤੇ ਆਪਣਾ ਆਪਾ ਵਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਹੁਤ ਪ੍ਰਸੰਨਤਾ ਉਹਨਾਂ ਉੱਪਰ ਸੱਚੇ ਪਾਤਸ਼ਾਹ ਜੀ ਨੇ ਕੀਤੀ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਕਹਿੰਦੇ ਇੱਕ ਰਿਖ ਜਿਹੇ ਤਪ ਸਾਧਤ ਮਰੈ ਪੁੰਨ ਸਥਾਨ ਤੇ ਜਗਤ ਰਰੇ। ਰਰੇ ਹੁੰਦਾ ਕਹਿਣਾ। ਇੱਕ ਰਿਖੀ ਇੱਕ ਤਪਸਵੀ ਤਪ ਸਾਧਦਿਆਂ ਹੋਇਆਂ ਜਿੱਥੇ ਚੜ੍ਹਾਈ ਕਰਦੇ, ਕਹਿੰਦੇ ਜਗਤ ਦੇ ਲੋਕ ਉਹਨੂੰ ਪੁੰਨ ਸਥਾਨ ਕਹਿੰਦੇ। ਉਹਨੂੰ ਕਹਿੰਦੇ ਬਹੁਤ ਪਵਿੱਤਰ ਜਗ੍ਹਾ, ਕਿਉਂਕਿ ਇੱਥੇ ਕੋਈ ਬੰਦਗੀ ਕਰਨ ਵਾਲਾ ਚੜ੍ਹਾਈ ਕਰ ਗਿਆ, ਕੋਈ ਤਪਸਵੀ ਇੱਥੇ ਚੜ੍ਹਾਈ ਕਰ ਗਿਆ। ਉਹ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉਹ ਹੈ ਜਿੱਥੇ 40 ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖ ਸੂਰਮੇ ਭਗਤ ਨਿਤਨੇਮੀ ਮਹਾਰਾਜ ਦੇ ਨਾਲ ਰਹਿਣ ਵਾਲੇ, ਜਿਨ੍ਹਾਂ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਐਸੇ ਮਹਾਨ ਸੂਰਮੇ 40 ਗਿਣਤੀ ਵਿੱਚ ਉੱਥੇ ਆਪਣਾ ਆਪਾ ਸਾਧ ਸੰਗਤ ਜੀ ਕੁਰਬਾਨ ਕਰ ਗਏ। ਇਸ ਲਈ ਕਲਗੀਧਰ ਪਾਤਸ਼ਾਹ ਜੀ ਨੇ ਉਸ ਪਵਿੱਤਰ ਸਥਾਨ ਨੂੰ ਮੁਕਤਸਰ ਸਾਹਿਬ ਆਖਿਆ। ਆਪ ਨਾਮ ਰੱਖਿਆ ਮਹਾਰਾਜ ਨੇ ਮੁਕਤਸਰ ਸਾਹਿਬ, ਖਦਰਾਣੇ ਦੀ ਟਾਪ ਦਾ। ਉਹ ਪਵਿੱਤਰ ਇਤਿਹਾਸਕ ਦਿਨ ਵੀ ਅੱਜ ਹੈ ਔਰ ਅੱਜ ਮਾਘ ਦੇ ਮਹੀਨੇ ਦੀ ਸੰਗਰਾਂਦ ਹੈ। ਹੁਣੇ ਹੀ ਗੁਰਮੁਖਾਂ ਨੇ ਆਪਾਂ ਨੂੰ ਇਸ ਪੌੜੀ ਦਾ ਕੀਰਤਨ ਸਰਵਣ ਕਰਵਾਇਆ। ਮਾਘ ਮਜਨ ਸਾਨੂੰ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਹੀਨੇ ਦੀ ਸਫਲਤਾ ਵਾਸਤੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਜੋ ਮਾਝ ਰਾਗ ਵਿੱਚ ਸਾਧ ਸੰਗਤ ਜੀ ਇਹ ਬਚਨ 12ਵਾਂ ਦੇ ਰੂਪ ਵਿੱਚ ਕਥਨ ਕੀਤੇ ਹਨ, ਉਸ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਔਰ ਬਾਕੀ ਸਮੇਂ ਅਨੁਸਾਰ ਉਹ ਇਤਿਹਾਸਕ ਵਿਚਾਰਾਂ ਜਿਹੜਾ ਇਹਨਾਂ 40 ਮੁਕਤਿਆਂ ਦਾ ਅੱਜ ਪਵਿੱਤਰ ਦਿਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਦੀ ਪ੍ਰਾਰੰਭਤਾ ਕੀਤੀ ਹੈ। ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਬਾਕੀ ਜਿੰਨੀਆਂ ਪੌੜੀਆਂ ਸਤਿਗੁਰੂ ਜੀ ਨੇ ਉਚਾਰਨ ਕੀਤੀਆਂ ਉਹਦੇ 'ਚ ਮਹਾਰਾਜ ਕਹਿੰਦੇ ਨੇ, ਚੇਤ ਗੋਬਿੰਦ ਰਦਗੇ ਹੋਵੇ ਆਨੰਦ ਕਣ, ਵੈਸਾਖ ਧੀਰਨ ਕਿਉ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ, ਹਰ ਜੇਸ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨਮਾਨੋ। ਕਹਿੰਦੇ ਉਹਦੇ ਅੱਗੇ ਨਹੀਂ, ਜਿਹਦੇ ਅੱਗੇ ਸਾਰੀ ਦੁਨੀਆ ਨਹੀਂ ਹੁੰਦੀ, ਜਿਹੜਾ ਵੱਡਾ ਚੇਤੇ ਵੀ ਨੇ। ਮਹਾਰਾਜ ਕਹਿੰਦੇ ਉਹਨੂੰ ਗੁਰਮੁਖ ਨੂੰ, ਉਹਨੂੰ ਅਕਾਲ ਪੁਰਖ ਨੂੰ ਰਾਧੋ। ਜਿਹੜੇ ਗੁਰਮੁਖ ਰਾਧਣਗੇ ਉਹਨਾਂ ਨੂੰ ਬਹੁਤ ਆਨੰਦ ਦੀ ਪ੍ਰਾਪਤੀ ਹੋਵੇਗੀ। ਲੇਕਿਨ ਇਹ ਮਾਘ ਦੇ ਮਹੀਨੇ ਦੀ ਪੌੜੀ 'ਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਆ ਇਸ਼ਨਾਨ ਦਾ। ਉਹ ਕਹਿੰਦੇ ਭਾਈ ਗੁਰਮੁਖੋ ਇਸ ਮਹੀਨੇ ਵਿੱਚ ਜਿਹੜਾ ਇਸ਼ਨਾਨ ਕਰੇਗਾ, ਮੱਜਣ ਕਰੇਗਾ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਮੱਜਣ ਤੇ ਇਸ਼ਨਾਨ ਇੱਕੋ ਪੰਕਤੀ 'ਚ ਆ ਗਏ ਨੇ। ਕੋਸ਼ ਵਿੱਚੋਂ ਆਪਾਂ ਅਰਥ ਵੇਖਾਂਗੇ ਤੇ ਮੱਜਣ ਤੇ ਇਸ਼ਨਾਨ ਦੇ ਤਕਰੀਬਨ ਉਹੀ ਅਰਥ ਹੈ। ਜਿਵੇਂ ਮਹਾਰਾਜ ਦਾ ਆਪਾਂ ਪਵਿੱਤਰ ਬਚਨ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਮੁਖਾਂ ਤੋਂ ਸੁਣਦੇ ਜਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਇਸ਼ਨਾਨ ਕਰੇ ਤੇ ਨਹਾਵੇ, ਇੱਕ ਹੀ ਗੱਲ ਹੈ ਨਾ ਜੀ।
ਪਰ ਫਿਰ ਵੀ ਗੁਰਮੁਖ ਪਿਆਰੇ ਕਹਿੰਦੇ ਇੱਕ ਪੰਕਤੀ 'ਚ ਦੋ ਗੱਲਾਂ ਤੇ ਦੋ ਬਚਨ ਮਹਾਰਾਜ ਜੀ ਨੇ ਕਾਹਤੇ ਆਖੇ, ਥੋੜਾ ਫਰਕ ਹੁੰਦਾ। ਜਿਹੜਾ ਇਸ਼ਨਾਨ ਹੈ ਸਾਧ ਸੰਗਤ ਜੀ, ਉਹ ਆਪਾਂ ਇਉਂ ਕਹਿ ਸਕਦੇ ਹਾਂ ਕਿ ਜਿਹੜਾ ਰੋਜ਼ ਆਪਾਂ ਕਰਦੇ ਹਾਂ, ਜਿਹਨੂੰ ਮਹਾਰਾਜ ਨੇ ਕਿਹਾ ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਕਰਕੇ ਗੁਰਮੁਖ ਨੇ ਨਾਮ ਜਪਣਾ ਦਾਨ ਕਰਨਾ। ਇਹ ਇਸ਼ਨਾਨ ਹੈ ਜਿਹੜਾ ਮੱਜਨ ਹੈ, ਉਹ ਕਿਸੇ ਵਿਸ਼ੇਸ਼ ਦਿਨ ਤੇ ਕੀਤਾ ਜਾਂਦਾ, ਉਹਨੂੰ ਮੱਜਨ ਕਹਿੰਦੇ, ਜਿਹੜਾ ਤੀਰਥਾਂ ਤੇ ਕੀਤਾ ਜਾਏ। ਇਸ਼ਨਾਨ ਤਾਂ ਬੰਦਾ ਘਰੋਂ ਨਹੀਂ ਕਰਕੇ ਗਿਆ ਹੁੰਦਾ, ਲੇਕਿਨ ਜਦ ਤੀਰਥਾਂ ਤੇ ਜਾ ਕੇ ਕਰੀਦਾ ਤੇ ਉਹ ਮੱਜਨ ਅਖਵਾਉਂਦਾ। ਕਹਿੰਦੇ ਗੁਰਮੁਖੋ ਮਾਘ ਦੇ ਮਹੀਨੇ ਵਿੱਚ ਵਿਸ਼ੇਸ਼ ਇਸ਼ਨਾਨ ਜਿਹੜਾ ਮੱਜਨ ਬਣ ਜਾਏ, ਉਹ ਕੀ ਹੈ? ਕਿਉਂ ਇਸ਼ਨਾਨ ਦਾ ਜ਼ਿਕਰ ਮਹਾਰਾਜ ਕਰਦੇ? ਕਿਉਂਕਿ ਮਾਘ ਦਾ ਜਿਹੜਾ ਸੰਗਰਾਂਦ ਦਾ ਦਿਨ ਮਕਰ ਸੰਕ੍ਰਾਂਤੀ ਸਾਧ ਸੰਗਤ ਜੀ ਨੂੰ ਕਹਿੰਦੇ, ਜਦੋਂ ਕਹਿੰਦੇ ਆ ਸਨਾਤਨੀ ਮੱਤ ਵਾਲੇ ਕਹਿੰਦੇ ਆ ਵੀ ਉਸ ਵੇਲੇ ਜਿਹੜੀ ਰਾਸ਼ੀ ਆ ਉਹ ਮਕਰ ਚੱਲ ਰਹੀ ਹੁੰਦੀ ਹੈ, ਜਿਹੜਾ ਗ੍ਰਹਿਆਂ ਦੀ ਚਾਲ ਜਾਂ ਸੂਰਜ ਮਕਰ ਰਾਸ਼ੀ 'ਚ, ਤੇ ਉਸ ਦਿਨ ਤੀਰਥਾਂ ਤੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਭਾਰੀ ਮਹਾਤਮ ਫਲ ਮੰਨਿਆ ਜਾਂਦਾ। ਬਹੁਤ ਲੋਕ ਇਸ਼ਨਾਨ ਕਰਨ ਲਈ ਮਾਘ ਦੀ ਸੰਗਰਾਂਦ ਵਾਲੇ ਦਿਨ ਤ੍ਰਿਵੇਣੀ ਜਾਂਦੇ, ਪ੍ਰਯਾਗਰਾਜ ਜੀ ਨੂੰ ਆਖਿਆ ਜਾਂਦਾ। ਉੱਥੋਂ ਦਾ ਫਲ, ਕਿਉਂਕਿ ਇੱਕ ਸਾਧ ਸੰਗਤ ਜੀ ਭਾਰਦਵਾਜ ਵਿਦਵਾਨ ਨੇ ਉੱਥੇ ਬਹੁਤ ਲੰਮਾ ਰਿਸ਼ੀਆਂ ਮੁਨੀਆਂ ਨੂੰ ਇਕੱਠੇ ਕਰਕੇ ਕਥਾ ਕੀਤੀ, ਤਾਂ ਕਹਿੰਦੇ ਕਿ ਉੱਥੋਂ ਦਾ ਜਿਹੜਾ ਫਲ ਸੀ ਮਹਾਤਮ ਦੱਸਿਆ ਤ੍ਰਿਵੇਣੀ ਦੇ ਇਸ਼ਨਾਨ ਦਾ, ਉਹ ਬਹੁਤ ਵਧੀਕ ਹੈ। ਇਸ ਕਰਕੇ ਲੋਕ ਬਹੁਤ ਜੁੜਦੇ ਉੱਥੇ ਤ੍ਰਿਵੇਣੀ, ਜਿਹਨੂੰ ਮਾਰੋ ਹੈ ਨਾ, ਤਾਤ ਮਾਤ ਮੋਰ ਲਾਖਾ ਲਾਦਾ ਬਹੁਤ ਜੋਗ ਸਾਧਨਾ ਸਾਦਾ ਤਿੰਨ ਜੋ ਕਰੀ ਅਲਾਹ ਕੀ ਸੇਵਾ ਤਾਤ ਤੇ ਪ੍ਰਸੰਨ ਭਏ ਗੁਰਦੇਵਾ। ਤੇ ਫਿਰ ਉਹ ਕਹਿੰਦੇ ਨੇ ਜਬ ਹੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ। ਤ੍ਰਿਵੇਣੀ ਉਹੀ ਜਿਹਨੂੰ ਆਪਾਂ ਸਾਧ ਸੰਗਤ ਜੀ ਪ੍ਰਯਾਗਰਾਜ ਆਖਿਆ ਜਾਂਦਾ, ਬਹੁਤ ਵੱਡਾ ਤੀਰਥ ਹੈ ਸਨਾਤਨੀ ਮੱਤ ਦਾ, ਗੁਰਮੁਖਾਂ ਉਹਨਾਂ ਹਿੰਦੂ ਵੀਰਾਂ ਦਾ। ਉੱਥੇ ਜਿਹੜਾ ਇਸ਼ਨਾਨ ਹੈ ਮਾਘ ਦੀ ਸੰਗਰਾਂਦ ਵਾਲੇ ਦਿਨ, ਉਹਦਾ ਬੜਾ ਭਾਰੀ ਫਲ ਮੰਨਿਆ ਗਿਆ। ਹੁਣ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖੋ ਤੁਹਾਡਾ ਰਸਤਾ ਇੱਕ ਨਵੇਕਲ ਹੈ ਗੁਰੂ ਕੇ ਸਿੱਖਾਂ ਦਾ, ਇਹਨਾਂ ਨੂੰ ਮਾਘ ਦੀ ਸੰਗਰਾਂਦ ਵਾਲੇ ਦਿਨ ਕਿਸੇ ਤ੍ਰਿਵੇਣੀ ਜਾਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਤੀਰਥ ਦੇ ਇਸ਼ਨਾਨ ਨੂੰ ਬਹੁਤ ਵੱਡਾ ਮੰਨਿਆ ਗਿਆ ਨਾ ਜੀ। ਪਰ ਮਹਾਰਾਜ ਨੇ ਆਖਿਆ ਤੀਰਥ ਨਾਮ ਜਾਓ, ਤੀਰਥ ਨਾਮ ਹੈ, ਤੁਸੀਂ ਨਾਮ ਦੇ ਸਰੋਵਰ 'ਚ ਇਸ਼ਨਾਨ ਕਰੋ, ਸਭ ਤੋਂ ਵੱਡਾ ਤੀਰਥ ਤਾਂ ਇਹੀ ਹੈ। ਫਿਰ ਗੁਰੂ ਸਾਹਿਬ ਕਹਿੰਦੇ ਤੀਰਥ ਨਹਾਵਾ ਜਿਸ ਭਾਵਾ ਮੈਨੂੰ ਭਾਣੇ ਕੇ ਨਹਾਏ ਕਰੀ। ਤੀਰਥਾਂ ਤੇ ਤਾਂ ਨਹਾਵਾਂ ਜੇ ਤੈਨੂੰ ਭਾ ਜਾਵਾਂ, ਜੇ ਤੈਨੂੰ ਨਹੀਂ ਭਾਉਂਦਾ ਤੀਰਥਾਂ ਤੇ ਨਹਾਤਾ ਕਿਸ ਕੰਮ ਆਵੇਗਾ ਮੇਰਾ? ਮੈਂ ਤਾਂ ਤੇਰੀ ਨਜ਼ਰ 'ਚ ਪ੍ਰਵਾਨ ਚੜ੍ਹਨ ਵਾਸਤੇ ਤੀਰਥਾਂ ਤੇ ਇਸ਼ਨਾਨ ਕਰਾਂ ਨਾ। ਪਰ ਮਹਾਰਾਜ ਜੀ ਨੇ ਬਹੁਤੇ ਤੀਰਥਾਂ ਦਾ ਸਾਧ ਸੰਗਤ ਜੀ ਖੰਡਨ ਹੀ ਕੀਤਾ। ਇਸ ਕਰਕੇ ਕਹਿੰਦੇ ਨੇ ਭਾਈ ਉਹ ਤ੍ਰਿਵੇਣੀ ਜਾਣ ਦੀ ਗੁਰੂ ਕੇ ਸਿੱਖਾਂ ਨੂੰ ਕੋਈ ਜ਼ਰੂਰਤ ਹੈ ਨਹੀਂ, ਇਹਨਾਂ ਦੀ ਵੀ ਤ੍ਰਿਵੇਣੀ ਹੈ। ਪਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਕਹਿੰਦੇ ਇਸ਼ਨਾਨ ਜ਼ਰੂਰ ਕਰ ਮਾਘ ਦੀ ਸੰਗਰਾਂਦ ਵਾਲੇ ਦਿਨ, ਇਹ ਤੇਰਾ ਇਸ਼ਨਾਨ ਤੇਰਾ ਮੱਜਨ ਬਣ ਜਾਏਗਾ। ਪਰ ਕਰਨਾ ਕਿੱਥੇ? ਮਾਘ ਮੱਜਨ ਸੰਗ ਸਾਧੂਆਂ ਦੀ ਸੰਗਤ ਵਿੱਚ ਤੂੰ ਇਹ ਮੱਜਨ ਕਰਨਾ। ਤੇਰਾ ਮੱਜਨ ਉਦੋਂ ਬਣਨਾ ਜਦੋਂ ਸਾਧ ਸੰਗਤ ਵਿੱਚ ਬੈਠ ਕੇ ਉਹਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰੇਗਾ। ਇਹ ਹੀ ਤੇਰੇ ਵਾਸਤੇ ਸਭ ਤੋਂ ਉੱਤਮ ਇਸ਼ਨਾਨ ਬਣ ਜਾਵੇਗਾ, ਕਿਉਂਕਿ ਸਾਧ ਸੰਗਤ ਦੀ ਜਿਹੜੀ ਚਰਨ ਧੂੜ ਹੈ, ਬੜੇ ਬਚਨ ਆਪਾਂ ਨੂੰ ਸਤਿਗੁਰੂ ਜੀ ਦੀ ਪਵਿੱਤਰ ਰਸਨਾ ਤੋਂ ਗੁਰਬਾਣੀ ਵਿੱਚੋਂ ਪ੍ਰਾਪਤ ਹੁੰਦੇ ਵੀ ਗੁਰਮੁਖਾਂ ਦੀ ਜਿਹੜੀ ਚਰਨ ਧੂੜ ਹੈ ਗੁਰਮੁਖੋ, ਜਾਂ ਫਿਰ ਉਹੀ ਚਰਨ ਧੂੜ ਜਿਹੜੀ ਸੰਗਤ ਦਾ ਚਰਨ ਧੂੜ ਬਣਨ ਵਾਸਤੇ ਪ੍ਰੇਰਨਾ ਦੇ ਦਿੰਦੀ, ਉਹਦਾ ਕੋਈ ਉੱਤਮ ਫਲ ਮੰਨਿਆ ਗਿਆ। ਨਾਨਕ ਬਗੋਏ ਤੇ ਜਨ ਤੁਰਾ ਤੇਰੇ ਚਾਕਰਾਂ ਪਾ ਖਾ। ਮਹਾਰਾਜ ਕਹਿੰਦੇ ਜੇ ਮੈਨੂੰ ਤੇਰੇ ਚਾਕਰਾਂ ਦੇ ਚਰਨਾਂ ਦੀ ਪਾ ਖਾਕ ਪਾ ਪੈਰ ਤੇ ਖਾਕ ਧੂੜੀ, ਜੇ ਤੇਰੇ ਦਰੋਂ ਪ੍ਰਵਾਨ ਹੋਇਆਂ ਦੀ ਚਰਨ ਧੂੜ ਮੈਨੂੰ ਪ੍ਰਾਪਤ ਹੋ ਜਾਏ, ਮੇਰੇ ਵਾਸਤੇ ਬਹੁਤ ਵੱਡਾ ਦਾਨ ਹੈ, ਇਹ ਬੜੀ ਵੱਡੀ ਪ੍ਰਾਪਤੀ ਹੈ ਮੇਰੇ ਵਾਸਤੇ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਸਤਿਗੁਰੂ ਜੀ ਦੇ ਬਚਨ ਕਹਿੰਦੇ ਮੇਰੇ ਵਾਸਤੇ ਤਾਂ ਗੁਰਮੁਖਾਂ ਦੇ ਤਲੀਆਂ ਦੀ ਖਾਕ ਸਭ ਤੋਂ ਵੱਡਾ ਦਾਨ ਹੈ। ਜੇ ਉਹਨਾਂ ਦੀ ਚਰਨ ਧੂੜ ਮੈਨੂੰ ਮਿਲ ਜਾਵੇ ਤਾਂ ਮੈਂ ਮੱਥੇ ਤੇ ਲਾਵਾਂ, ਜੇ ਮਿਲੇ ਤਾਂ ਮਸਤਕ ਲਾਈਏ। ਇਸ ਲਈ ਪੰਜਵੇਂ ਪਾਤਸ਼ਾਹ ਕਹਿੰਦੇ ਜੇ ਮਾਘ ਦਾ ਮਹੀਨਾ ਸਫਲਾ ਕਰਨਾ ਗੁਰਮੁਖੋ ਸਾਧ ਸੰਗਤ ਦੀ ਚਰਨ ਧੂੜ 'ਚ ਇਸ਼ਨਾਨ ਕਰੋ, ਇਹ ਮੱਜਰ ਬਣ ਜਾਏਗਾ ਤੁਹਾਡੇ ਵਾਸਤੇ। ਇਹ ਬਹੁਤ ਉੱਤਮ ਤੁਹਾਡੇ ਵਾਸਤੇ ਹੈ। ਜੇ ਮਕਰ ਸੰਕ੍ਰਾਂਤੀ ਤੁਸੀਂ ਸਮਝ ਕੇ ਵੀ ਇਸ ਦਿਨ ਇਸ਼ਨਾਨ ਦਾ ਹੀ ਵਿਸ਼ੇਸ਼ ਫਲ ਮੰਨਿਆ ਜਾਂਦਾ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਧੂ ਧੂੜ ਪੁਨੀਤ ਲੱਖ ਕੋਟ ਪ੍ਰਾ, ਕਿਉਂਕਿ ਪ੍ਰਯਾਗਰਾਜ ਕਹਿੰਦੇ ਨਾ ਤ੍ਰਿਵੇਣੀ ਨੂੰ, ਉਹਦਾ ਦੂਸਰਾ ਨਾਮ ਪ੍ਰਯਾਗਰਾਜ ਹੈ। ਪ੍ਰਯਾਗਰਾਜ ਤੇ ਅੱਜ ਦੇ ਦਿਨ ਜਾਂਦੇ ਆ ਸਨਾਤਨੀ ਮੱਤ ਵਾਲੇ ਗੁਰਮੁਖ ਇਸ਼ਨਾਨ ਕਰਨ, ਵੱਡਾ ਮਹਾਤਮਾ ਦਾ ਮੰਨ ਕੇ। ਪਰ ਮਹਾਰਾਜ ਬਾਣੀ 'ਚ ਬਚਨ ਕਰਦੇ, ਉਹ ਕਹਿੰਦੇ ਗੁਰਮੁਖੋ ਜਿਹੜੇ ਗੁਰੂ ਸਾਹਿਬ ਜੀ ਦਾ ਨਾਮ ਜਪਣ ਵਾਲੇ ਨੇ ਨਾ ਗੁਰਮੁਖ ਪਿਆਰੇ, ਉਹਨਾਂ ਦੀ ਚਰਨਾਂ ਦੀ ਧੂੜੀ ਕਈ ਕਰੋੜ ਪ੍ਰਯਾਗ ਰਾਜਾਂ ਤੋਂ ਵੱਧ ਪਵਿੱਤਰ ਹੈ। ਕਿਉਂ ਪਵਿੱਤਰ ਹੈ ਜੀ ਉਹਨਾਂ ਦੀ ਧੂੜੀ? ਮੈਂ ਮਤਲਬ ਮਹਾਰਾਜ ਉਹਨਾਂ ਨੂੰ ਕੋਈ ਚੜਾ ਰਹੇ, ਕੋਈ ਖੰਡ ਨਹੀਂ ਦੱਸ ਰਹੇ ਗੁਰੂ ਸਾਹਿਬ ਜੀ ਬਾਣੀ 'ਚ ਕਿਉਂ ਪਵਿੱਤਰ ਹੈ। ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਹੈ ਗੁਰਮੁਖੋ। ਕਬੀਰ ਸਾਹਿਬ ਕਹਿੰਦੇ ਝਗੜਾ ਇੱਕ ਨਵੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ।
एक मेरे मन च द्वंद्वाद, एक झगड़ा मेरे अंदर चल रहा, एक शंका उठ रहा मेरे अंदर। तो महाराज अपने सेवक नूं जे तुसीं चाहुंदे इहदा भला होवे ते झगड़ा निबेड़ दिओ जी तुसीं। वो झगड़ा की है कबीर साहब कहते हैं, यह मन बड़ा कि जासो मन मानिया, राम बड़ा कि रामै जानिया। हुण झगड़ा जिहड़ा चल रहा कबीर साहब के अंदर, कहते हे अकाल पुरख वाहिगुरू कृपा करके मेरे अंदरों ये लड़ाई खत्म कर, ये मेरे मन का शंका मुक जाए तो मैनूं ये पता लगे भी असल में ये राम वड्डा कि जिन्हें राम नूं जान लिया वो वड्डा, राम वड्डा कि रामै जानिया, कौन वड्डा जी इन्हां तों। फिर कहते ब्रह्मा बड़ा कि जास उपाया, वेद बड़ा कि जहां ते आया। दूजा सवाल वो कहते मेरे अंदर सवालों की जंग चल रही है, तो अकाल पुरख वाहिगुरू तुसीं कृपा करो मैनूं समझ आवे असल में ब्रह्मा वड्डा कि जां ब्रह्मा दे उचारे हुए वेद वड्डे ने कि जां वो वेदां नूं जिथों वेद आए वो वड्डा। ब्रह्मा वड्डा कि जास उपाया, ब्रह्मा वड्डा कि जिन्हें ब्रह्मे नूं पैदा किया वो वड्डा। वेद वड्डा कि जहां ते आया, वेद वड्डे ने कि जिथों वेद आए हैं वो वड्डा, वो सत्कारयोग है। फिर तीसरा वो कहते हैं कह कबीर हो पाया उदास, तीर्थ वड्डा कि हर का दास। कहते दसो भी तीर्थ वड्डा है कि जिस दे चरण पैण करके तीर्थ बन गया वो वड्डा, हरि दा दास वड्डा कि जां तीर्थ वड्डा। क्योंकि जिथे तीर्थ उत्थे बनता साध संगत जिथे गुरमुख चरण पाउंदे। सब तीर्थां दा इतिहास इवें ही है। उही जगह तीर्थ का आखिरी अर्थ है पवित्र, उस जगह नूं पवित्र मन्निया जाता है जिथे कोई गुरमुख साध संगत जी जब चलिया जाता, जां किसी का जन्म होया, जां बंदगी की, जां कोई उत्थे चढ़ाई कर गया। एक रिख जे तप साधत मरै, पुन स्थान ते जगत रहे। एक तप साधदा कोई गुरमुख जिथे शरीर छड़ जाए, कहते पुन स्थल बन जाती, तीर्थ बन गया जी। उही कबीर साहब कहते मैनूं ये दसो महाराज भी असल में तीर्थ वड्डा कि जिसने तीर्थ बनाया, जिसके चरण पैण करके, जिसके बैठण करके, जिसके शरीर छड्डण करके तीर्थ बन गया, हरि का दास वड्डा। तो पक्का पता हरि का दास वड्डा, क्योंकि हरि को जपण वाला तां ही कबीर साहब नहावण को तीर्थ घणे मन बौरा रे, पूजन को बहु देव कहो कबीर छूटन नहीं मन बौरा रे, छूटन हर की सेवा। हरि की सेवा च जिहड़ा लगा वह छुटकारा, तो जिहड़ा हरि की सेवा च लगा गुरमुखो वो जिथे चरण पाउंदा उत्थे तीर्थ बन जांदा। इसलिए कहते ने उन्हां दी चरण धूड़ी विच तूं माघ दे महीने च इशनान कर, माघ मजन संग साधुआं धूड़ी कर इशनान। साधुओं की चरण धूड़ी, साध संगत की चरण धूड़ी, जिन्होंने भाई गुरदास जी ने आख्या ना, नाक से सुलव सगल अंग रोम रोम कर काट काट कर सिखण का चरण पर वारिए। वो कहते नाक नौं तो लैके, पैर के नौं तो लैके नाक सिस सिर, मेरे पैर के नौं तो लैके मेरे सिर तक भाई गुरदास जी कहते मेरे शरीर के छोटे छोटे टुकड़े करके तो उन्होंने सिखां के चरणों तो कुर्बान कर दो। ये मैं भाई गुरदास जी कहते मैं चाहना, नाक सिस लो सगल अंग रोम रोम कर काट काट कर सिखण के चरण पर वारिए। पर इवें नहीं कि शरीर के टुकड़ियां को सिखां के चरणों तो वार दो। अग्न जलाए फुन पीसन पिसाए ताहे लाए उड़े पाउन होए अंग प्रकारिए। कहते उन्होंने साड़ के अग में उन्होंने पीस के उन्होंने भस्म बना के तो फिर हवा में एक बेनती करो। की बेनती करनी? जत कत सिख पग धरे गुर पंथ प्रात, जिस किस रस्ते के उपरों की सिख ने लंघ के जाना, किस पासे लंघ के जाना? गुरु के घर, अपने गुरु वाल। जत कत सिख पंथ धरे गुर पग धरे गुर पंथ प्रात, ताहू ताहू मार्ग में भस्म को डारिए। कहते उन्होंने मार्गों से उन्होंने रस्तियां से मेरे शरीर की भस्म को तुसीं खिलार दिओ। ऐ हवा मेरे शरीर की भस्म उन्होंने रस्तियां से खिलार जिन्होंने रस्तियां तो गुरु के सिखा ने गुरु घर में जाके लंघ के जाना। किसी पाद चरण लिव लगी रहे, क्यों? उन्होंने पवित्र चरणों मेरे शरीर की भस्म लग जाएगी तो मैं समझा कि मैं पवित्र हो गया, क्योंकि उन्होंने चरणों की साध संगत की धूड़ पड़ी उठ नेतरी सब दुर्मत मैल गवाई। चौथे पातशाह के वचन कहते संगत की चरण धूड़ ना ये विशेष स्थान रखती, खोटी मत बंदे की ये दूर कर देंगी। इस करके जो माघ का महीना सफला करना है तो पंजवें पातशाह पवित्र वचन कहते साध संगत की चरण धूड़ च इशनान करो गुरमुखो। जिन्होंने भाई गुरदास जी कहते तप्पड़ झाड़ विछाए धूड़ी ना आया। संगत ने जिथे बैठना उत्थे झाड़ू देना, वो दरियां चादर झाड़नियां, संगत के बैठने लिए वो फर्श विछाउणा। संगत की चरण धूड़ी का यही इशनान है।
ਇਸ ਲਈ ਮਾਘ ਦੇ ਮਹੀਨੇ ਦਾ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਪੌੜੀ ਦੀ ਪ੍ਰਾਰੰਭਤਾ ਕੀਤੀ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰਿ ਕਾ ਨਾਮ ਧਿਆਏ ਸੁਣ। ਫਿਰ ਅਗਲਾ ਕਰਮ ਕੀ ਹੈ ਜੀ? ਅਗਲਾ ਸਟੈਪ ਹਰਿ ਕਾ ਨਾਮ ਧਿਆਏ, ਕਹਿੰਦੇ ਤੂੰ ਹਰੀ ਦਾ ਨਾਮ ਧਿਆਉਣਾ। ਇੱਕ ਤਾਂ ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰਨੀ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਤੂੰ ਧਿਆਉਣਾ, ਜਿਹੜੇ ਗੁਰਮੁਖ ਗੁਰੂ ਤਰੋਂ ਬਖਸ਼ੇ ਹੋਏ ਸਾਧ ਸੰਗਤ। ਫਿਰ ਹਰਿ ਕਾ ਨਾਮ ਧਿਆਏ ਤੂੰ ਧਿਆਉਣਾ, ਮਤਲਬ ਆਪਣੇ ਧਿਆਨ 'ਚ ਲਿਆਉਣਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਰੋਜ਼। ਜਿੱਥੇ ਧਿਆਤਾ ਧੇ ਤੇ ਧਿਆਨ ਉਹ ਇੱਕ ਹੋ ਜਾਂਦੇ, ਇਸ ਲਈ ਉਸ ਹਰੀ ਦੇ ਨਾਮ ਨੂੰ ਧਿਆ। ਅੱਗੇ ਕੀ ਕਰਨਾ? ਹਰਿ ਕਾ ਨਾਮ ਧਿਆਏ ਸੁਣ, ਫਿਰ ਉਹਨੂੰ ਸੁਣਨਾ ਜੀ। ਸੁਣ ਹੋਵੇ ਪਰਮਗਤ ਮੇਰੀ, ਕਿਉਂਕਿ ਸੁਣ ਕੇ ਪਰਮਗਤੀ ਪ੍ਰਾਪਤ ਹੁੰਦੀ। ਸੁਣ ਦਾ ਬੜਾ ਵੱਡਾ ਮਹਾਤਮ ਹੈ, ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ। ਸੋ ਇਸ ਕਰਕੇ ਤੂੰ ਪਰਮੇਸ਼ਰ ਦਾ ਨਾਮ ਧਿਆਉਣਾ ਤੇ ਫਿਰ ਉਸ ਨਾਮ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਵਡਿਆਈਆਂ ਨੂੰ ਸੁਣਨਾ। ਸਭਨਾਂ ਨੂੰ ਕਰਦਾ, ਫਿਰ ਸਾਰਿਆਂ ਨੂੰ ਦਾਨ ਕਰਨਾ ਜੀ। ਯਥਾ ਸ਼ਕਤ ਦਾਨ ਭੋਜਨ ਦਾ ਵੀ ਹੋ ਸਕਦਾ, ਵਸਤਰਾਂ ਦਾ ਹੋ ਸਕਦਾ, ਹੋਰ ਵੀ, ਜਾਂ ਆਪਣੀ ਕਮਾਈ ਸਫਲੀ ਕਰਨੀ, ਜਾਂ ਜੋ ਸੁਣਿਆ ਗਿਆ, ਜਾਂ ਪੜ੍ਹਾਈ ਦਾ ਇੱਕ ਸ਼ਬਦ ਕਿਸੇ ਨੂੰ ਸਿਖਾਇਆ ਤਾਂ ਬਹੁਤ ਵੱਡਾ ਦਾਨ ਹੈ। ਇਹ ਵੀ ਇੱਕ ਦਾਨ ਹੈ ਨਾ, ਵਿਦਿਆ ਦਾ ਦਾਨ। ਤੁਹਾਨੂੰ ਕੋਈ ਵਿਦਿਆ ਆਉਂਦੀ, ਕੋਈ ਸ਼ਬਦ ਆਉਂਦਾ, ਤੁਸੀਂ ਅੱਗਿਓਂ ਕਿਸੇ ਨੂੰ ਸਿਖਾ ਦਿਓ। ਇਸ ਲਈ ਕਹਿੰਦੇ ਨੇ ਮਾਘ ਦਾ ਮਹੀਨਾ ਸਫਲਾ ਕਰਨਾ ਤੇ ਸਾਧ ਸੰਗਤ ਦੀ ਚਰਨ ਧੂੜੀ ਦਾ ਇਸ਼ਨਾਨ, ਫਿਰ ਪਰਮੇਸ਼ਰ ਦਾ ਨਾਮ ਧਿਆਉਣਾ ਤੇ ਫਿਰ ਉਹਨੂੰ ਸੁਣਨਾ ਅਕਾਲ ਪੁਰਖ ਦੀ ਵਡਿਆਈ ਨੂੰ ਕੰਨਾਂ ਨਾਲ, ਫਿਰ ਦਾਨ ਕਰਨਾ। ਮਹਾਰਾਜ ਦਾ ਕੀ ਫਲ ਹੈ ਜੀ? ਤਾਂ ਹਜ਼ੂਰ ਕਿਰਪਾ ਕਰਦੇ ਜਨਮ ਕਰਮ ਮਾਲੇ ਉੱਤਰ, ਬੜੇ ਜਨਮਾਂ ਦੇ ਕਰਮਾਂ ਦੀ ਮੈਲ ਉੱਤਰ ਜਾਵੇਗੀ। ਕਿਉਂਕਿ ਕਈਆਂ ਜਨਮਾਂ ਦੇ ਕੁਝ ਨਖਿੱਧ ਕਰਮ ਹੁੰਦੇ ਆ, ਅਵੈਧ ਕਰਮ ਜਿਨ੍ਹਾਂ ਨੂੰ ਆਖਿਆ ਜਾਂਦਾ, ਜਿਹੜੇ ਕਰਮ ਕਰਨ ਦੀ ਸ਼ਾਸਤਰ ਤੇ ਗੁਰੂ ਸਾਹਿਬ ਵੱਲੋਂ ਮਨਾਹੀ ਹੁੰਦੀ ਹੈ, ਪਰ ਬਹੁਤ ਸਾਰੇ ਜਨਮ ਵਿੱਚ ਸਾਧ ਸੰਗੀ ਐਸੇ ਕਰਮ ਹੁੰਦੇ ਆ। ਔਰ ਇੱਕ ਜਨਮ ਦੀ ਨਹੀਂ, ਕਹਿੰਦੇ ਜਨਮ ਕਰਮ ਮਾਲ ਉੱਤਰ ਹੈ। ਕਈਆਂ ਜਨਮਾਂ ਦੇ ਉਹਨਾਂ ਸੰਚਿਤ ਕਰਮਾਂ ਦੀ ਮੈਲ, ਮਲ ਦਾ ਅਰਥ ਮੈਲ, ਕਹਿੰਦੇ ਉਹ ਮੈਲ ਉੱਤਰ ਜਾਏਗੀ ਤੇਰੀ, ਪਾਪਾਂ ਦੀ ਮੈਲ ਉੱਤਰ ਜਾਏਗੀ, ਸੰਸਕਾਰਾਂ ਦੀ ਮੈਲ ਉੱਤਰ ਜਾਏਗੀ। ਕਿਉਂਕਿ ਮਨ ਦੀ ਮੈਲ ਕਰਕੇ ਸਾਧ ਸੰਗੀ ਮਨ ਦਾ ਟਿਕਾ ਨਹੀਂ ਨਾ ਬਣਦਾ। ਮਨ ਦਾ ਜਿਹੜਾ ਸੁਭਾਅ ਵੀ ਇਹ ਟੇਕੇ ਨਹੀਂ ਬਹਿੰਦਾ, ਇਹ ਮਨ ਹੈ ਕੀ ਜੀ? ਮਨ ਖੋਜੋ ਵਡਭਾਗੀ, ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ। ਆਪਣੇ ਮਨ ਦੀ ਖੋਜ ਕਰੋ ਤੁਸੀਂ। ਮਨ ਸੰਸਕਾਰਾਂ ਨੂੰ, ਸੋਚਾਂ ਨੂੰ, ਸਭ ਅਰਥ ਵਿੱਚ ਆਪਾਂ ਇਹ ਸਮਝ ਸਕਦੇ ਹਾਂ ਕਿ ਜਿਹੜੇ ਸਾਡੇ ਅੰਦਰ ਸੰਕਲਪ ਵਿਕਲਪ ਤੇ ਫੁਰਨੇ ਉੱਠਦੇ, ਉਹ ਮਨ ਹੈ ਜੀ। ਬਸ ਉਹਨਾਂ ਦਾ ਪਿੱਛਾ ਕਰਨਾ, ਉਹਨਾਂ ਦੀ ਖੋਜ ਕਰਨੀ, ਮੇਰੇ ਮਨ 'ਚ ਕੀ ਚੱਲ ਰਿਹਾ ਹੁੰਦਾ। ਜਦੋਂ ਮੈਂ ਇਕੱਲਾ ਹੁੰਦਾ ਉਦੋਂ ਮੇਰੀ ਸੋਚ ਕੀ ਕਰ, ਜਿੰਨੀ ਦੇਰ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਆਪਣੇ ਬਿਸਤਰ ਤੇ ਪਿਆ, ਕੀ ਚੱਲ ਰਿਹਾ ਹੁੰਦਾ ਮੇਰੇ ਅੰਦਰ ਉਦੋਂ? ਉਹ ਕੈਸੇ ਫੁਰਨੇ ਹੁੰਦੇ, ਅਪਵਿੱਤਰ ਨੇ ਕਿ ਪਵਿੱਤਰ ਨੇ? ਬਸ ਉਹਨਾਂ ਫੁਰਨਿਆਂ ਤੋਂ ਅੰਦਾਜ਼ਾ ਲਾ ਲੈਣਾ ਵੀ ਮਨ ਦੀ ਮੈਲ ਸੰਸਕਾਰਾਂ ਦੀ ਕਿੰਨੀ ਕੁ ਆ। ਕਿਸੇ ਦਾ ਭਲਾ ਹੁੰਦਾ ਦੇਖ ਕੇ ਜੇ ਆਪਣਾ ਮਨ ਇੱਥੇ ਈਰਖਾ ਤੇ ਸਾੜਾ ਕਰੀ ਜਾਂਦਾ, ਇਹਦਾ ਮਤਲਬ ਹੈ ਮਨ ਅਤਿਅੰਤ ਮੈਲਾ ਹੋ ਚੁੱਕਾ। ਈਰਖਾ ਦੀ ਮੈਲ ਕਰਕੇ, ਸੰਸਕਾਰਾਂ ਦੀ, ਪਾਪਾਂ ਦੀ, ਕਿਉਂਕਿ ਕੋਈ ਥਰਡ ਪਰਸਨ ਕਿਸੇ ਦੂਸਰੇ ਦਾ ਭਲਾ ਕਰ ਰਿਹਾ, ਲੇਕਿਨ ਮੈਨੂੰ ਇੱਥੇ ਪਰੇਸ਼ਾਨੀ ਹੋ ਰਹੀ ਬੈਠੇ ਨੂੰ, ਇਹਦਾ ਮਤਲਬ ਹੈ ਮਨ ਸ਼ੁੱਧ ਨਹੀਂ ਹੈਗਾ, ਗੁਰਮੁਖੋ ਸੰਕਲਪ ਠੀਕ ਨਹੀਂ ਹੈਗੇ। ਪਰ ਕਈ ਵਾਰੀ ਸਮਾਨ ਕਰਮ ਵੀ ਚੱਲਦੇ ਹੁੰਦੇ। ਸੋ ਕਹਿੰਦੇ ਇਸ ਤਰ੍ਹਾਂ ਦੇ ਅਵੈਧ ਕਰਮਾਂ ਦੀ ਮੈਲ ਕਈਆਂ ਜਨਮਾਂ ਦੀ ਹੁੰਦੀ ਮਨ ਨੂੰ ਲੱਗੀ ਹੋਈ। ਜਦ ਮਾਘ ਦੇ ਮਹੀਨੇ ਵਿੱਚ ਤੂੰ ਗੁਰਮੁਖਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰੇਗਾ, ਫਿਰ ਉਹਦੇ ਨਾਮ ਨੂੰ ਧਿਆਵੇਂਗਾ, ਸੁਣੇਗਾ, ਫਿਰ ਦਾਨ ਕਰੇਗਾ, ਫਿਰ ਇਹ ਤੇਰੀ ਸੰਸਕਾਰਾਂ ਦੀ ਮੈਲ ਉੱਤਰ ਜਾਵੇਗੀ। ਜਨਮ ਕਰਮ ਮਲ ਉਤਰੈ, ਇਹ ਮੈਲ ਉਤਰੇਗੀ, ਮਨ ਦੀ ਪਵਿੱਤਰਤਾ ਹੋਵੇਗੀ, ਮਨ ਦੀ ਸ਼ੁੱਧਤਾ ਹੋਵੇਗੀ। ਮਨ ਤੇ ਜਾਏ ਗੁਮਾਨ, ਗੁਮਾਨ ਦਾ ਅਰਥ ਹੈ ਹੰਕਾਰ। ਕਹਿੰਦੇ ਫਿਰ ਤੇਰੇ ਮਨ ਤੋਂ ਹੰਕਾਰ ਚਲੇ। ਹੰਕਾਰ ਸਾਧ ਸੰਗਤ ਜੀ ਆਪਣੀ ਵਿਦਿਆ ਦਾ ਵੀ ਹੋ ਸਕਦਾ, ਉੱਚੀ ਜਾਤੀ ਦਾ ਹੋ ਸਕਦਾ, ਆਪਣੇ ਧਨ ਦਾ ਹੋ ਸਕਦਾ, ਆਪਣੇ ਕੁਟੁੰਬ ਕਬੀਲੇ ਦਾ ਹੋ ਸਕਦਾ, ਆਪਣੀ ਕੁਰਸੀ ਦਾ ਹੋ ਸਕਦਾ, ਕੁਝ ਅਧਿਆਤਮਿਕ ਬਲ ਦਾ ਵੀ ਕਈ ਵਾਰੀ ਹੁੰਦਾ। ਇਸ ਕਰਕੇ ਕਹਿੰਦੇ ਕਿਸੇ ਚੀਜ਼ ਦਾ ਵੀ ਜਿਹੜਾ ਹੰਕਾਰ ਹੈ ਤੇਰੇ ਅੰਦਰੋਂ ਚਲਿਆ ਜਾਏਗਾ ਜੇ ਤੂੰ ਸਾਧੂਆਂ ਦੀ ਸਤ ਸੰਗਤ ਦੀ ਚਰਨ ਧੂੜ ਪ੍ਰਾਪਤ ਕਰੇਗਾ। ਮਨ ਤੇ ਜਾਏ ਗੁਮਾਨ। ਕਈ ਪ੍ਰਕਾਰ ਦਾ ਹੰਕਾਰ ਹੁੰਦਾ ਨਾ, ਜੇ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ, ਉਹ ਕਹਿੰਦੇ ਹਮ ਬੜ ਕਾਬ ਕਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰਬੋ ਦਾਤੇ, ਬੁੱਧ ਕਬਹਿ ਨ ਨਾਸੀ। ਇਹ ਹੰਕਾਰ ਹੀ ਹੈ ਨਾ ਜੀ। ਕਿਸ ਗੱਲ ਦਾ? ਕਹਿੰਦੇ ਹਮ ਬੜ ਕਾਬ, ਮੈਂ ਬੜਾ ਵੱਡਾ ਕਵੀ ਹਾਂ ਜੀ, ਮੈਨੂੰ ਬੜੀ ਕਵਿਤਾ ਫੁਰਦੀ ਹੈ, ਹੰਕਾਰ ਹੈ ਕਈਆਂ ਨੂੰ ਹੁੰਦਾ। ਹਮ ਬੜ ਕਾਬ ਕੁਲੀਨ, ਕਈਆਂ ਨੂੰ ਇਹ ਹੰਕਾਰ ਹੁੰਦਾ ਮੇਰਾ ਖਾਨਦਾਨ ਬੜਾ ਉੱਚਾ ਜੀ, ਅਸੀਂ ਉੱਚੀ ਜਾਤੀ ਦਾ ਹੰਕਾਰ ਹੈ, ਸਾਡੀ ਜਾਤ ਉੱਚੀ ਹੈ ਜੀ। ਕਹਿੰਦੇ ਇਹ ਹੰਕਾਰ ਹੈ ਕਈਆਂ ਨੂੰ। ਹਮ ਬੜ ਕਾਬ ਕੁਲੀਨ, ਕਾਬ ਮਤਲਬ ਕਵੀ,
ਕੁਲੀਨ ਉੱਚੀ ਜਾਤ ਹੈ, ਉੱਚੀ ਕੁਲ ਦਾ ਮੈਂ ਉੱਚੀ ਕੁਲ ਚ ਪੈਦਾ ਹੋਇਆ, ਇਹ ਹੰਕਾਰ ਹੈ ਕਈਆਂ ਨੂੰ। ਹਮ ਬੜ ਕਬ ਕੁਲੀਨ ਹਮ ਪੰਡਤ, ਪੰਡਤ ਦਾ ਮਤਲਬ ਵਿਦਵਾਨ, ਵਿਦਿਆ ਦਾ ਹੰਕਾਰ ਜੀ, ਮੈਂ ਬੜਾ ਵੱਡਾ ਵਿਦਵਾਨ ਹਾਂ। ਹਮ ਜੋਗੀ ਸੰਨਿਆਸੀ, ਅਸੀਂ ਜੋਗੀ ਹੁੰਦੇ ਹਾਂ ਜੀ, ਜੋਗੀ ਮਾਨ ਕਰਦੇ ਸੀ ਨਾ, ਗੁਰਖ ਦੇ ਚੇਲੇ ਜੋਗੀ ਸੀ ਸਾਰੇ, ਤਾਂ ਮਹਾਰਾਜ ਸਾਹਿਬ ਜੀ ਨੂੰ ਬਾਲਾ ਬਾਲਾ ਕਰਕੇ ਬੁਲਾਉਂਦੇ, ਹੰਕਾਰ ਜੀ ਮਹਾਰਾਜ ਨੂੰ ਬਾਲਾ ਕਹਿ ਰਹੇ ਸੀ ਨਾ। ਉਮਰ ਛੋਟੀ ਹੈ ਮਹਾਰਾਜ ਦੀ, ਤੇ ਮਹਾਰਾਜ ਨੂੰ ਉਹ ਕੁਛ ਸਮਝਦੇ ਹੀ ਨਹੀਂ ਆਪਣੇ ਸਾਹਮਣੇ। ਉਹ ਤਾਂ ਸ਼ਬਦ ਜੀ ਤੀਸਤ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਤਾਂ ਉਹ ਜਦੋਂ ਮਹਾਰਾਜ ਜੀ ਨਾਲ ਚਰਚਾ ਹੋਈ ਤਾਂ ਫਿਰ ਉਹਨਾਂ ਨੂੰ ਸਾਧ ਸੰਗਤ ਦੀ ਹਾਰ ਹੋਈ, ਫਿਰ ਉਹਨਾਂ ਦਾ ਹੰਕਾਰ ਉਤਰਿਆ। ਮਹਾਰਾਜ ਕਹਿੰਦੇ ਹੰਕਾਰ ਛੱਡੋ, ਇਹ ਕਿਸ ਗੱਲ ਦਾ ਹੰਕਾਰ ਤੁਹਾਨੂੰ। ਹਮ ਜੋਗੀ ਸੰਨਿਆਸੀ, ਅਸੀਂ ਸੰਨਿਆਸੀ ਹਾਂ ਜੀ, ਹਮ ਬ੍ਰਹਮਸ ਨਹੀਂ ਹੁੰਦੇ ਸੰਨਿਆਸੀ। ਉਹ ਕਹਿੰਦੇ ਅਸੀਂ ਬ੍ਰਹਮਾ, ਸਾਨੂੰ ਕਿਸੇ ਧਰਮ ਕਰਮ ਦੀ ਜ਼ਰੂਰਤ ਨਹੀਂ ਹੈਗੀ, ਬਾਕੀ ਸਭ ਸਾਡੇ ਜਿਹੜੇ ਨੇ ਇਹ ਲਾਗਾ ਮਾਤਰਾ ਹੀ, ਇਹ ਵੀ ਹੰਕਾਰ ਹੈ। ਹਮ ਬੜ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗੁਣੀ ਗਿਆਨੀ ਸੂਰ ਬਹੁਤ ਦਾਤੇ, ਮੈਂ ਬੜਾ ਗੁਣੀ ਹਾਂ ਜੀ, ਮੈਂ ਬੜਾ ਵੱਡਾ ਗਿਆਨੀ ਹਾਂ, ਮੈਂ ਬੜਾ ਵੱਡਾ ਸੂਰਮਾ, ਮੈਂ ਬੜਾ ਵੱਡਾ ਦਾਤਾ, ਕਹਿੰਦੇ ਇਹ ਵੀ ਹੰਕਾਰ ਹੁੰਦਾ। ਗੁਣੀ ਗਿਆਨੀ ਸੂਰਬੋ ਦਾਤੇ ਇਹ ਬੁੱਧ ਕਦੇ ਨਾ ਨਾਸੀ, ਕਹਿੰਦੇ ਮਰਨ ਤੱਕ ਆ ਬੁੱਧ ਨਹੀਂ ਜੇ ਬੰਦੇ ਦੀ ਮਰਦੀ। ਕੋਈ ਨਾ ਕੋਈ ਹੰਕਾਰ ਦੀ ਪੰਡ ਬੰਦਾ ਸਿਰ ਤੇ ਚੱਕੀ ਫਿਰਦਾ, ਪਰ ਕਹਿੰਦੇ ਕੀ ਹੋਵੇਗਾ ਜਦ ਤੂੰ ਸਤ ਗੁਰਮੁਖਾਂ ਦੀ ਚਰਨ ਧੂੜ ਪ੍ਰਾਪਤ ਕਰੇਗਾ, ਜਦੋਂ ਹਰਿ ਕਾ ਨਾਮ ਧਿਆਏ ਸੁਣ ਤੂੰ ਧਿਆਵੇਂਗਾ, ਸੁਣੇਗਾ ਮਨ ਤੇ ਜਾਏ ਗੁਮਾਨ, ਤੇਰੇ ਮਨ ਦੀ ਮੈਲ ਵੀ ਉਤਰੇਗੀ ਔਰ ਹੰਕਾਰ ਵੀ ਚੱਲ ਜਾਏਗਾ। ਭਾਵੇਂ ਤੈਨੂੰ ਉੱਚੀ ਜਾਤੀ ਦਾ ਹੰਕਾਰ, ਭਾਵੇਂ ਵਿਦਿਆ ਦਾ, ਜਾਂ ਤੂੰ ਬਹੁਤ ਗੁਣੀ ਆ, ਜਾਂ ਤੂੰ ਸੂਰਮਾ, ਤੈਨੂੰ ਇਸ ਗੱਲ ਦਾ ਹੰਕਾਰ ਹੈ। ਇੱਥੇ ਤਾਂ ਮਹਾਰਾਜ ਕਹਿੰਦੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮਰਿਆਵੇ, ਤੇ ਮਾਰਗ ਪੈਰ ਧਰੀਜੇ ਸਿਰ ਦੀਜੈ ਕਾਣ ਨਾ ਕੀਜੈ। ਹੰਕਾਰ ਨਹੀਂ ਕਰ ਸਕਦਾ ਸਿਰ ਦੇ ਕੇ ਵੀ ਮੈਂ ਸਿਰ ਦਿੱਤਾ ਤਾਂ। ਹੱਥ ਜੋੜ ਕੇ ਭਾਈ ਮਹਾਂ ਸਿੰਘ ਕਹਿ ਰਹੇ ਮਹਾਰਾਜ ਜੇ ਤਰੁੱਠੇ ਹੀ, ਜੇ ਕਾਹਤੇ ਤਰੁੱਠੇ ਮੇਰੀ ਕੁਰਬਾਨੀ ਤੇ, ਜੇ ਤਰੁੱਠੇ ਤੇ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਉਹ ਬਦਾਵੇ ਵਾਲਾ ਕਾਗਜ਼ ਪਾੜ ਦਿਓ ਮਹਾਰਾਜ। ਨਿਮਰਤਾ ਨਾਲ ਕਹਿ ਰਹੇ, ਐਂ ਨਹੀਂ ਕਹਿ ਰਹੇ ਮਹਾਰਾਜ ਹੁਣ ਤਾਂ ਮੈਂ ਸੀਸ ਦੇਤਾ ਤੁਹਾਨੂੰ ਪਾੜਨਾ ਪੈਣਾ ਜੀ ਕਾਗਜ਼। ਨਹੀਂ ਨਹੀਂ, ਅੱਖਾਂ 'ਚ ਨੀਰ ਹੈ ਭਾਈ ਮਹਾਂ ਸਿੰਘ ਦੇ, ਕਹਿ ਰਹੇ ਸੱਚੇ ਪਾਤਸ਼ਾਹ ਜੇ ਤਰੁੱਠੀ ਪਏ ਤਾਂ ਬੱਚੇ ਆ ਭੁੱਲ ਗਏ, ਫਿਰ ਕੀ ਹੋਇਆ ਭੁੱਲੂਗੀ। ਪੁੱਤਰ ਤੱਕ ਪੁੱਤਰ ਹੋ ਸਕਦਾ ਨਾ ਮਹਾਰਾਜ, ਮਾਪੇ ਤਾਂ ਨਹੀਂ ਕੋ ਮਾਪੇ ਹੁੰਦੇ। ਪਾੜੋ ਤੁਸੀਂ ਉਹ ਬਦਾਵੇ ਵਾਲਾ ਕਾਗਜ਼, ਕਰੋ ਤੁਸੀਂ ਕਿਰਪਾ। ਸਿਰ ਦੇ ਕੇ ਵੀ ਕੋਈ ਗੁਮਾਨ ਨਹੀਂ, ਕੋਈ ਹੰਕਾਰ ਨਹੀਂ। ਕਹਿੰਦੇ ਕਿਸੇ ਚੀਜ਼ ਦਾ ਵੀ ਤੈਨੂੰ ਹੰਕਾਰ, ਉਹ ਤੇਰਾ ਹੰਕਾਰ ਤੇਰੇ ਮਨ ਤੋਂ ਉਤਰ ਜਾਵੇਗਾ। ਕਾਮ ਕ੍ਰੋਧ ਨਾ ਮੋਹਿ ਅਬਿਨਸਾ ਲੋਭ ਸਵਾਨ, ਫਿਰ ਕਹਿੰਦੇ ਕਾਮ ਕ੍ਰੋਧ ਮੋਹ ਤੇ ਲੋਭ ਸਵਾਨ ਕੁੱਤੇ ਨੂੰ ਕਹਿੰਦੇ। ਕਹਿੰਦੇ ਲੋਭ ਜਿਹੜਾ ਨਾ ਹਲਕੇ ਕੁੱਤੇ ਵਰਗਾ ਹੁੰਦਾ, ਜੋ ਕੁੱਕਰ ਹਰਕਾਇਆ ਧਾਵੇ ਦਹਿ ਜਾਏ, ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਖਾਏ। ਕਹਿੰਦੇ ਜਿਵੇਂ ਹਲਕਾਇਆ ਕੁੱਤਾ ਟੇਕ ਕੇ ਨਹੀਂ ਮਹਾਰਾਜ ਦੇ ਬਚਨ ਹੈ, ਜੋ ਕੁੱਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਦਸਾਂ ਦਿਸ਼ਾਵਾਂ ਭੱਜਾ ਹੀ ਫਿਰਦਾ। ਕਿਉਂਕਿ ਹਲਕਾਏ ਕੁੱਤੇ ਦੀਆਂ 5 ਨਿਸ਼ਾਨੀਆਂ ਹੁੰਦੀਆਂ ਸਾਧ ਸੰਗਤ ਜੀ। ਇੱਕ ਤੇ ਉਹ ਖੜਦਾ ਨਹੀਂ ਕਦੇ ਵੀ, ਇੱਕ ਪਲ ਹੀ ਨਹੀਂ ਖੜੇਗਾ, ਉਹਨੇ ਦੌੜੇ ਫਿਰਨਾ। ਜਿੱਥੋਂ ਅੰਦਾਜ਼ਾ ਲਾਈਦਾ ਇਹਨੂੰ ਹਲਕਾ ਹੋ ਗਿਆ ਕੁੱਤੇ ਨੂੰ, ਪਿੰਡਾਂ 'ਚ ਮਾਰਦੇ ਸੀ ਨਾ ਹਲਕਾਏ ਕੁੱਤੇ ਨੂੰ। ਉਹ ਦੂਸਰੀ ਉਹਦੀ ਹੁੰਦੀ, ਉਹਦੇ ਮੂੰਹ ਤੋਂ ਝੱਗ ਜਾਂਦੀ ਹੈ। ਤੀਸਰਾ ਉਹ ਪਾਣੀ ਨੂੰ ਵੇਖ ਕੇ ਡਰਦਾ। ਤੇ ਚੌਥਾ ਫਿਰ ਸਾਧ ਸੰਗਤ ਜੀ ਉਹ ਆਪਣੇ ਮਾਲਕ ਨੂੰ ਵੀ ਕੱਟੇਗਾ ਜਿਹਦਾ ਸਦਾ ਵਫਾਦਾਰ ਰਿਹਾ, ਉਹਦੇ ਬੱਚਿਆਂ ਨੂੰ ਵੀ ਸਾਧ ਸੰਗਤ ਜੀ ਉਹਨੇ ਕੱਟ ਖਾਣਾ। ਇਹ ਕਹਿੰਦੇ ਜਿਵੇਂ ਉਹ ਦਸਾਂ ਦਿਸ਼ਾਵਾਂ 'ਚ ਹਲਕਾਇਆ ਕੁੱਤਾ ਭੱਜਾ ਫਿਰਦਾ, ਲੋਭੀ ਜੰਤ ਦਾ ਵੀ ਇਹੀ ਹਾਲ। ਲੋਭੀ ਜੰਤ ਨਾ ਜਾਣੇ ਜੋ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੇ ਭਖ ਅਪਖ, ਭਖ ਖਾਣਾ ਤੇ ਅਪਖ ਜੇ ਤੋਂ ਮਨਾ ਨਹੀਂ ਖਾ ਸਕਦੇ। ਕਹਿੰਦੇ ਸਭ ਚੱਕੀ ਜਾਂਦਾ ਜੀ ਉਹ ਫਿੱਟੇ ਲੋਭੀ ਬੰਦਾ। ਔਰ ਇੱਥੇ ਸਿਰਫ ਖਾਣ ਦੀ ਗੱਲ ਨਹੀਂ, ਖੂਨ ਦੀ ਵੀ ਗੱਲ ਹੈ। ਆਪਣਾ ਹੱਕ ਹੈ, ਉਹ ਸਾਡਾ ਹੱਕ ਹੈ, ਆਪਣੀ ਕਿਰਤ ਹੈ। ਲੇਕਿਨ ਜਿਹੜੀ ਆਪਣੀ ਕਿਰਤ ਨਹੀਂ ਹੈਗੀ ਜੀ, ਕਿਸੇ ਦਾ ਹੱਕ ਉਹ ਕੀ ਹੈ, ਉਹ ਅਪਖ ਹੈ, ਉਹ ਅਪਾਖੀ ਹੈ ਨਾ। ਲੋਭੀ ਜੰਤ ਨ ਜਾਣੇ ਭਾਖਾ ਪੱਖ, ਲੋਭੀ ਕਾ ਵਿਸਾ ਨਾ ਕੀਜਾ ਜੇ ਕਾ ਪਾਰ ਵਿਸਾ। ਮਾਰ ਕਹਿੰਦੇ ਲੋਭੀ ਤੇ ਕਦੀ ਭਰੋਸਾ ਨਾ ਕਰਿਓ ਜੇ ਪਾਰ ਉਤਰਨਾ ਜੇ। ਅੰਤ ਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ ਬੰਦਾ ਅੰਤ ਨੂੰ ਉੱਥੇ ਖੜ ਕੇ ਮਾਰੇਗਾ ਜਿੱਥੇ ਮੁੜ ਕੇ ਹੱਥ ਹੀ ਨਹੀਂ ਆਉਂਦਾ, ਕਿਉਂਕਿ ਤੁਸੀਂ ਉਹ 'ਤੇ ਭਰੋਸਾ ਕਰ ਬੈਠੇ। ਉਹ ਲੋਭੀ ਆ, ਥੋੜਾ ਜਿਹਾ ਕੋਈ ਉਹਨੂੰ ਲਾਲਚ ਦੇਵੇਗਾ ਤੁਹਾਡੇ ਪ੍ਰਾਣ ਲੈ ਲਏਗਾ। ਇਸ ਲਈ ਕਹਿੰਦੇ ਜਿਵੇਂ ਹਲਕਾਇਆ ਹੋਇਆ ਕੁੱਤਾ ਆਪਣੇ ਮਾਲਕ ਨੂੰ ਕੱਟਦਾ, ਲੋਭੀ ਬੰਦੇ ਨੂੰ ਜਦੋਂ ਹਲਕਾ ਹੋ ਜਾਂਦਾ ਸਾਧ ਸੰਗਤ, ਫਿਰ ਉਹਦੇ ਵਾਸਤੇ ਕੋਈ ਮਾਂ ਨਹੀਂ, ਕੋਈ ਪਿਤਾ ਨਹੀਂ, ਕੋਈ ਭੈਣ ਨਹੀਂ, ਕੋਈ ਭਰਾ ਨਹੀਂ, ਪਤਾ ਨਹੀਂ ਕਿੱਥੇ ਡੰਗ ਮਾਰ ਦੇਵੇ, ਕਿਸੇ ਨੂੰ ਮਾਫ ਨਹੀਂ ਕਰੇਗਾ। ਇਸ ਲਈ ਕਹਿੰਦੇ ਕਾਮ ਕ੍ਰੋਧ ਨਾ ਮੋਹ ਹੈ, ਤੈਨੂੰ ਕਾਮ ਕ੍ਰੋਧ ਤੇ ਮੋਹ ਵੀ ਪੋਹੇਗਾ ਨਹੀਂ, ਜਾਂ ਕਾਮ ਕ੍ਰੋਧ ਨਾ ਮੋਹ ਹੈ ਇਹ ਤੈਨੂੰ ਮੋਹੇਗਾ ਨਹੀਂ। ਬਿਨਸਾ ਲੋਭ ਸਵਾਨ, ਕਹਿੰਦੇ ਇਹ ਕੁੱਤੇ ਦੇ ਸੁਭਾਅ ਵਾਲਾ ਜਿਹੜਾ ਲੋਭ ਹੈ ਨਾ, ਇਹ ਵੀ ਤੇਰੇ ਅੰਦਰੋਂ ਚਲਿਆ ਜਾਵੇਗਾ ਜੇ ਤੂੰ ਸਾਧ ਸੰਗਤ ਦੀ ਚਰਨ ਧੂੜ ਪ੍ਰਾਪਤ ਕਰੇ। ਕਿਉਂ? ਹੌਲੀ ਹੌਲੀ ਸਾਧ ਸੰਗਤ ਦੀ ਸੰਗਤ ਕਰਦਿਆਂ ਕਰਦਿਆਂ ਗੁਣ ਆਪਣੇ ਆਪ ਆਉਣ ਲੱਗ ਪੈਂਦੇ, ਅਵਗੁਣ ਘਟਣ ਲੱਗ ਪੈਂਦੇ।
ਬਹੁਤੀ ਸਾਨੂੰ ਮਿਹਨਤ ਨਹੀਂ ਕਰਨੀ ਪੈਂਦੀ, ਕਿਉਂਕਿ ਕੋਸ਼ਿਸ਼ ਕਰਕੇ ਤਾਂ ਕਈ ਵਾਰੀ ਐਂ ਲੱਗਦਾ ਕੋਈ ਫਰਕ ਨਹੀਂ ਪਿਆ, ਕੋਈ ਫਰਕ ਨਹੀਂ ਪਿਆ। ਨਹੀਂ, ਪੈਂਦਾ ਮਹਾਰਾਜ ਦੇ ਬਚਨ ਹੈ। ਉਹ ਕਹਿੰਦੇ ਹੌਲੀ ਹੌਲੀ ਤੇਰੇ ਅੰਦਰੋਂ ਇਹ ਚੀਜ਼ਾਂ ਕੱਟਣਗੀਆਂ, ਤੇਰੇ ਅੰਦਰ ਨੂੰ ਸ਼ਾਂਤੀ ਤੇ ਟਿਕਾ ਆਵੇਗਾ, ਕੁਦਰਤੀ ਫਿਰ ਉਹ ਆ ਜਾਏਗਾ। ਨਹੀਂ ਤੇ ਫਿਰ ਲੋਭੀ ਹੋਇਆ ਮਨ ਤਾਂ ਸਾਧ ਸੰਗਤ ਜੀ ਉਹ ਸਾਰਾ ਕੁਝ ਤਖਤ ਰਾਜ ਭਾਗ ਆਪਣੇ ਛੱਡ ਕੇ ਸੋਨੇ ਚਾਂਦੀ ਦੇ, ਤਾਂ ਉਹ ਜਦੋਂ ਜਾ ਰਿਹਾ ਭਰਥਰੀ ਤਾਂ ਉਹ ਕੀ ਹੈ, 1 ਰੁਪਈਏ ਤੇ ਡੋਲ ਗਿਆ ਤਾਂ ਡੋਲ ਗਿਆ। ਜਾਂ ਲੋਭੀ ਆ ਗਿਆ ਤਾਂ ਫਿਰ ਪਤਾ ਨਹੀਂ ਹੁੰਦਾ ਕਿੱਥੇ ਬੇਈਮਾਨ ਹੋ ਜਾਣਾ ਬੰਦੇ ਨੇ। ਜੇ ਸੰਤੋਖ ਹੈ ਤਾਂ ਫਿਰ ਸਮਝ ਲਓ ਵੀ ਅੰਦਰ ਨੂੰ ਟਿਕਾ ਹੈ ਬੰਦੇ ਨੂੰ, ਟਿਕਾ। ਸੰਤੋਖੀ ਬੰਦਾ ਹੀ ਗੁਰੂ ਦੀ ਪ੍ਰਸੰਨਤਾ ਵਾਸਤੇ ਘੰਟਾ ਅੱਧਾ ਘੰਟਾ ਸਵੇਰੇ ਕੋ, ਘੰਟਾ ਅੱਧਾ ਘੰਟਾ ਸ਼ਾਮ ਨੂੰ ਕੱਢ ਸਕਦਾ। ਲੋਭੀ ਬੰਦਾ ਕਿਉਂ ਕੱਢੂਗਾ ਜੀ? ਉਹਨੂੰ ਤਾਂ ਭਰੋਸਾ ਹੀ ਨਹੀਂ ਪਰਮੇਸ਼ਰ 'ਚ। ਉਹਦੇ ਵਾਸਤੇ ਤਾਂ ਪਰਮੇਸ਼ਰ ਜਾਂ ਗੁਰੂ ਇਹ ਸਿਰਫ ਇੱਕ ਮਨ ਪਰਚਾਵੇ ਦੀਆਂ ਗੱਲਾਂ। ਇਸ ਲਈ ਕਹਿੰਦੇ ਇਹ ਹਲਕੇ ਕੁੱਤੇ ਦੇ ਸੁਭਾਅ ਵਰਗਾ ਨਾ, ਇਹ ਵੀ ਤੇਰਾ ਲੋਭ ਜਿਹੜਾ ਇਹ ਵੀ ਚਲਿਆ ਜਾਵੇਗਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਹਿੰਦੇ ਸੱਚੇ ਮਾਰਗ ਤੇ ਚੱਲ, ਜਹਾਨ ਉਸਤਤ ਕਰੇਗਾ ਸੱਚੇ ਮਾਰਗ ਤੇ ਚੱਲਣ ਵਾਲੇ। ਸੱਚਾ ਮਾਰਗ ਕੀ? ਮਾਰਗ ਰਸਤੇ ਨੂੰ ਕਹਿੰਦੇ ਨਾ ਜੀ। ਤੁਸੀਂ ਸੱਚ ਦੀ ਪ੍ਰਾਪਤੀ ਦੇ ਰਸਤੇ ਤੇ ਚੱਲੋ ਤਾਂ ਜਹਾਨ ਉਸਤਤ ਕਰੇਗਾ। ਰਾਮ ਮਹਾਰਾਜ ਜੀ ਦਾ ਬਚਨ ਆ, ਪਰ ਗੁਰੂ ਸਾਹਿਬ ਜੀ ਦੀ ਸੋਭਾ 'ਚ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਆ ਸੱਚਾ ਮਾਰਗ। ਪੰਥ ਰਸਤੇ ਨੂੰ ਕਹਿੰਦੇ, ਮਾਰਗ ਵੀ ਰਸਤੇ ਨੂੰ ਕਹਿੰਦੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਜਿਹੜਾ ਇਸ ਮਾਰਗ ਤੇ ਚੱਲ ਪਿਆ ਨਾ ਜੀ, ਸਤ ਸੰਗਤ ਦੇ ਮਾਰਗ ਤੇ, ਕਹਿੰਦੇ ਜਹਾਨ ਦੀ ਉਸਤਤ ਕਰੇਗਾ। ਜਿਹੜਾ ਸੱਚ ਦੇ ਮਾਰਗ ਤੇ, ਸੱਚ ਦੀ ਪ੍ਰਾਪਤੀ ਦੇ ਮਾਰਗ ਤੇ ਜਿਹੜਾ ਚੱਲ ਰਿਹਾ, ਤੇ ਜਿਹੜਾ ਭਟਕ ਗਿਆ ਉਹਦਾ ਵੀ ਮਹਾਰਾਜ ਕਹਿੰਦੇ ਪੰਥਾ ਪ੍ਰੇਮ ਨਾ ਜਾਣੇ, ਭੁੱਲੀ ਫਿਰੇ ਗਵਾਰ। ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ। ਪੰਥਾ ਪ੍ਰੇਮ ਨਾਲ, ਜਿਹੜੇ ਪ੍ਰੇਮ ਦੇ ਰਸਤੇ ਕਦੀ ਚੱਲੇ ਹੀ ਨਹੀਂ, ਪ੍ਰੇਮ ਦੇ ਪੰਥ ਤੇ ਜਿਨ੍ਹਾਂ ਨਹੀਂ ਕਦੀ ਪੈਰ ਰੱਖਿਆ। ਪੰਥ ਮਤਲਬ ਰਸਤਾ। ਕੋਈ ਪ੍ਰੇਮ ਨਹੀਂ ਮਹਾਰਾਜ ਦਾ, ਸੰਗਤ ਦਾ, ਬਾਣੀ ਦਾ, ਨਿਤਨੇਮ ਦਾ, ਕੋਈ ਪ੍ਰੇਮ ਹੀ ਨਹੀਂ ਹੈ ਜੀ ਅੰਦਰ। ਉਹ ਭੌਰੇ ਕਲਗੀਧਰ ਪਾਤਸ਼ਾਹ ਜੀ ਦੇ ਪ੍ਰੇਮ 'ਚ ਲਟੂਏ ਹੋਏ ਆ, ਜਿਨ੍ਹਾਂ ਨੇ ਆਪਣਾ ਆਪਾ ਵਾਰਿਆ ਅੱਜ ਦੇ ਦਿਨ ਮੁਕਤਸਰ ਸਾਹਿਬ ਦੀ ਧਰਤੀ ਤੇ। ਪ੍ਰੇਮ ਦੇ ਮਾਰਗ ਕਰਕੇ, ਪ੍ਰੇਮ ਕਰਕੇ। ਕੋਈ ਤਨਖਾਹ ਥੋੜ੍ਹਾ ਲੈ ਰਹੇ ਮਹਾਰਾਜ ਕੋਲੋਂ, ਕੋਈ ਇਹ ਥੋੜ੍ਹਾ ਵੀ ਉਹਨਾਂ ਦਾ ਆਪ ਦਾ ਕੋਈ ਸਵਾਰਥ ਹੈ। ਅਚਰਚਾ ਚੱਲ ਕੇ ਆਣ ਕੇ ਮਹਾਰਾਜ ਦੇ ਪਿੱਛੇ ਪਿੱਛੇ ਜਾ ਕੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਪ੍ਰੇਮ ਦੀ ਡੋਰ ਕਰਕੇ, ਪ੍ਰੇਮ ਦੇ ਖਿੱਚੇ ਹੋਏ। ਪਰ ਕਹਿੰਦੇ ਪੰਥਾ ਪ੍ਰੇਮ ਨਾ ਜਾਣੇ, ਜਿਹਨੂੰ ਕੋਈ ਪਤਾ ਹੀ ਨਹੀਂ ਗੁਰੂ ਦਾ ਪ੍ਰੇਮ ਕੀ ਹੁੰਦਾ ਜੀ, ਸੰਗਤ ਦਾ ਪ੍ਰੇਮ ਕੀ ਹੈ, ਸਿੱਖ ਦਾ ਪ੍ਰੇਮ ਕੀ ਹੈ। ਉੱਥੇ ਮੁਕਤਸਰ ਸਾਹਿਬ ਦੀ ਧਰਤੀ ਤੇ ਆਖਿਆ ਭਾਈ ਸੰਤੋਖ ਸਿੰਘ ਜੀ, ਕਹਿੰਦੇ ਕਲਗੀਧਰ ਪਾਤਸ਼ਾਹ ਨੇ ਆਖਿਆ, ਜਦੋਂ ਵਰ ਦਿੱਤੇ ਨਾ ਜੀ, ਬਖਸ਼ਿਸ਼ ਕੀਤੀ ਜਦੋਂ ਇਹਨਾਂ 40 ਸਿੰਘਾਂ ਤੇ, ਜਦੋਂ ਖਿਲਾਣੇ ਦੀ ਢਾਬ ਨੂੰ ਮਹਾਰਾਜ ਮੁਕਤਸਰ ਕਹਿ ਰਹੇ ਆ, ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਖਸ਼ਾਂ ਵਾਲੇ ਬਚਨ ਕਰਕੇ ਆਖਿਆ ਸੀ ਵੀ ਮੈਂ ਤੁਹਾਡੇ ਤੇ ਪ੍ਰਸੰਨ ਹਾਂ, ਤੇ ਸਿਰਫ ਤੁਹਾਡੇ ਤੇ ਹੀ ਪ੍ਰਸੰਨ ਨਹੀਂ। ਉਹਨਾਂ ਨੇ ਆਖਿਆ ਮੈਂ ਜਿਹਦੇ ਤੇ ਪ੍ਰਸੰਨ ਹੋਵਾਂ, ਜਿਸ ਤੇ ਖੁਸ਼ ਹੋਵਾਂ ਨਾ ਜੀ, ਮੈਂ ਇੱਕ ਸਿੱਖ ਨਾਲ ਉਹਦਾ ਮਿਲਾਪ ਕਰਵਾ ਦੇਵਾਂ। ਉਹ ਸਮਝ ਲਵੇ ਭਈ ਮਹਾਰਾਜ ਦੀ ਪ੍ਰਸੰਨਤਾ ਮੇਰੇ ਤੇ ਸ਼ੁਰੂ ਹੋ ਗਈ। ਮੈਂ ਬਹੁਤ ਪ੍ਰਸੰਨ ਹੋਵਾਂ ਤੇ 5 ਸਿੱਖਾਂ ਨਾਲ ਮਿਲਾਪ ਕਰਾ ਦਾਂਗਾ। ਬਹੁਤ ਜ਼ਿਆਦਾ ਹੀ ਮੈਂ ਤਰੁੱਠ ਪਾਵਾਂ ਤੇ ਗੁਰੂ ਕੀ ਸੰਗਤ 'ਚ ਮੇਲੀ ਬਣਾ ਦੇਣਾ। ਇਹ ਮਹਾਰਾਜ ਸਾਹਿਬ ਜੀ ਦੀ ਕਿਰਪਾ। ਸੋ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਹਿੰਦੇ ਸੱਚ ਦੇ ਮਾਰਗ ਤੇ ਅਗਰ ਕੋਈ ਤੁਰ ਪਿਆ ਤੇ ਜਹਾਨ ਸਾਧ ਸੰਗਤ ਜੀ ਉਹਦੀ ਸੋਭਾ ਕਰੇਗਾ। ਲੱਖ ਵੀ ਬੰਦੇ ਹੁਣ ਇਹਨਾਂ 40 ਦੀ ਨਿੰਦਾ ਕਰ ਲੈਣ, ਕੁਝ ਨਹੀਂ ਸਾਧ ਸੰਗਤ ਜੀ ਇਹਨਾਂ ਦਾ ਵਿਗਾੜ ਸਕਦੇ, ਕਿਉਂਕਿ ਸੋਭਾ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ ਦਿੱਤੀ ਇਹਨਾਂ ਨੂੰ। ਇਹ ਉਹ ਸੂਰਮੇ ਆ, ਕਲਗੀਧਰ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਛੱਡਦੇ ਆ, ਸਰਸਾ ਤੇ ਆਉਂਦੇ, ਪਰਿਵਾਰ ਵਿਛੜ ਜਾਂਦਾ, 3 ਥਾਂ ਹੋ ਜਾਂਦੀ ਹੈ ਮਹਾਰਾਜ ਜੀ ਦਾ ਪਵਿੱਤਰ ਪਰਿਵਾਰ। ਮਾਤਾ ਜੀ, ਛੋਟੇ ਸਾਹਿਬਜ਼ਾਦੇ ਇੱਕ ਪਾਸਾ, ਵੱਡੇ ਸਾਹਿਬਜ਼ਾਦੇ ਸਤਿਗੁਰੂ ਜੀ ਕੋਲ ਨਾਲ ਸਿੰਘ ਇੱਕ ਪਾਸਾ, ਸਤਿਗੁਰੂ ਜੀ ਦੇ ਦੋਨੋਂ ਮਹਿਲ, ਭਾਈ ਮਣੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ ਇੱਕ ਪਾਸਾ, ਫਿਰ ਰੋਪੜ, ਫਿਰ ਚਮਕੌਰ ਦੀ ਜੰਗ, ਫਿਰ ਮਾਛੀ ਵਾਲੇ ਸੱਚੇ ਪਾਤਸ਼ਾਹ ਜੀ ਦਾ ਆਉਣਾ, ਫਿਰ ਚਰਨ ਕਮਲ ਸਾਹਿਬ ਵਾਲੇ ਸਥਾਨ ਤੋਂ ਉੱਚ ਦੇ ਪੀਰ ਬਣ ਕੇ ਨਿਕਲਣਾ, ਗਨੀ ਖਾਨ ਨਬੀ ਖਾਂ ਦੇ ਘਰੋਂ, ਫਿਰ ਆਲਮਗੀਰ ਜਾਣਾ, ਫਿਰ ਸੱਚੇ ਪਾਤਸ਼ਾਹ ਜੀ ਦਾ ਲੰਮੇ ਜੱਟਪੁਰੇ ਜਾਣਾ, ਫਿਰ ਉਸ ਇਲਾਕੇ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਤਿਹ ਦੀ ਚਿੱਠੀ ਲਿਖਣੀ। ਫਤਿਹ ਦੀ ਚਿੱਠੀ ਵਾਕਿਆ ਉਹ ਜੋ ਕਲਗੀਧਰ ਪਾਤਸ਼ਾਹ ਨਾ, ਜਦੋਂ ਮਹਾਰਾਜ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਹੁਣ ਇੱਥੋਂ ਤੱਕ ਆਪਾਂ ਆ ਗਏ ਹਾਂ, ਹੁਣ ਬਾਕੀ ਤਾਂ ਸਾਰਾ ਕੁਝ ਹੋਇਆ, ਚਲੋ ਸਾਹਿਬਜ਼ਾਦੇ ਵੀ ਹੁਣ ਤਾਂ ਸ਼ਹੀਦ ਹੋ ਗਏ ਨੇ, ਤਾਂ ਔਰੰਗਜ਼ੇਬ ਦਾ ਤਾਂ ਮਹਾਰਾਜ ਫਸਤਾ ਵੱਢੋ, ਉਧਰ ਨੂੰ ਮੂੰਹ ਕਰੀਏ। ਮਹਾਰਾਜ ਕਹਿੰਦੇ ਉਹਦੇ ਵਾਸਤੇ ਆਪਾਂ ਨੂੰ ਸ਼ਸਤਰ ਦੀ ਜ਼ਰੂਰਤ ਨਹੀਂ ਹੈਗੀ। ਭਾਈ ਦਇਆ ਸਿੰਘ ਉਹਦੇ ਲਈ, ਉਹਨੂੰ ਤੇ ਆਪਾਂ ਕਲਮਨਾ ਮਾਰ ਦਿਆਂਗੇ। ਉੱਥੇ ਮਹਾਰਾਜ ਨੇ ਜਫਰਨਾਮਾ ਲਿਖਿਆ, ਫਤਿਹ ਦੀ ਚਿੱਠੀ, ਔਰ ਵਾਕਈ ਉਸ ਜਫਰਨਾਮੇ ਨੇ ਜੋ ਔਰੰਗਜ਼ੇਬ ਦੇ ਮਨ ਤੇ ਅਸਰ ਕੀਤਾ, ਉਹ ਆਪਣਾ ਪੰਚਨਾਮਾ ਲਿਖ ਕੇ ਗਿਆ ਮਰਨ ਲੱਗਾ।
ਜਦੋਂ ਪੜ੍ਹਿਆ ਉਹਨੇ ਜਫਰਨਾਮਾ, ਉਦੋਂ ਬਾਅਦ ਉਹ ਜੀਵ, ਹਾਲਾਂਕਿ ਉਹਦੀ ਤਮੰਨਾ ਸੀ ਵੀ ਮਹਾਰਾਜ ਐ ਨੂੰ ਆਉਣ, ਉਹਨੇ ਸੁਨੇਹਾ ਵੀ ਭੇਜਿਆ ਸੀ ਮੈਂ ਮਿਲਾਂ ਕਲਗੀਧਰ ਪਾਤਸ਼ਾਹ ਜੀ। ਉਹਦਾ ਅੰਦਰ ਕੰਬ ਗਿਆ ਨਾ ਜਦੋਂ। ਜਿਸ ਬੰਦੇ ਦਾ ਆਪਣੇ ਪਿਤਾ ਨੂੰ ਕੈਦ ਕਰਕੇ ਤੜਫਾ ਕੇ ਮਾਰਨ ਲੱਗਿਆ ਮਨ ਨਹੀਂ ਕੰਬਿਆ, ਜਿਹਨੇ ਆਪਣੀ ਇੰਨੇ ਗੁਣਾਂ ਵਾਲੀ ਸਕੀ ਪੁੱਤਰੀ ਮਾਰ ਦਿੱਤੀ, ਜਿਹਨੇ ਆਪਣੀ ਸਕੀ ਭੈਣ ਮਾਰ ਦਿੱਤੀ ਤਖਤ ਦੀ ਖਾਤਰ, ਉਹਦਾ ਮਨ ਨਹੀਂ ਕੰਬਿਆ। ਜਿਹਨੇ ਆਪਣਾ ਭਰਾ ਮਾਰ ਦਿੱਤਾ ਦਾਰਾ ਸ਼ਕੋਹ ਵਰਗਾ, ਉਹਦਾ ਮਨ ਨਹੀਂ ਕੰਬਿਆ। ਉਹਨੇ ਸਰਮੱਦ ਵਰਗੇ ਫਕੀਰਾਂ ਦੀ ਖਾਲ ਆਪਣੀਆਂ ਅੱਖਾਂ ਦੇ ਸਾਹਮਣੇ ਖਿਲਾਰ ਕੇ ਲਵਾ ਦਿੱਤੀ, ਉਹਦਾ ਮਨ ਨਹੀਂ ਕੰਬਿਆ। ਪਰ ਜਿਸ ਦਿਨ ਉਹਨੇ ਫਤਿਹ ਦੀ ਚਿੱਠੀ ਕਲਗੀਧਰ ਪਾਤਸ਼ਾਹ ਜੀ ਵੱਲੋਂ ਪੜ੍ਹੀ, ਕਿਉਂਕਿ ਮਹਾਰਾਜ ਜੀ ਨੇ ਲਿਖ ਦਿੱਤਾ ਤੂੰ ਕਾਹਦਾ ਧਰਮੀ ਹੈ। ਉਹ ਕਹਿੰਦੇ ਜੇ ਤੂੰ ਥੋੜਾ ਧਰਮ ਤੇਰੇ ਕੋਲ ਦੀ ਵੀ ਲੰਘਿਆ ਹੁੰਦਾ, ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਹੁੰਦਾ, ਨਾ ਮੁਹੰਮਦ ਯਕੀਨ ਮਹਾਰਾਜ ਲਿਖਦੇ ਨਾ, ਉਹ ਕਹਿੰਦੇ ਤੈਨੂੰ ਤਾਂ ਯਕੀਨ ਹੀ ਨਹੀਂ ਹੈਗਾ ਨਾ ਪੈਗੰਬਰ ਤੇ ਨਾ ਕੁਰਾਨ ਤੇ। ਅਗਰ ਤੈਨੂੰ ਥੋੜਾ ਜਿੰਨਾ ਵੀ ਯਕੀਨ ਹੁੰਦਾ ਤੇ ਤੇਰੇ ਬੰਦੇ ਤੇਰੇ ਨਾਂ ਤੇ ਖਾਧੀ ਹੋਈ ਸਹੁੰ ਤੋਂ ਬਾਅਦ ਮੇਰਾ ਪਿੱਛਾ ਕਿਉਂ ਕਰਦੇ? ਤੂੰ ਕਹਿੰਦਾ ਮੇਰੇ ਅੰਦਰ ਧਰਮ ਹੈ, ਕਿੱਥੇ ਤੇਰੇ ਕੋਲ ਧਰਮ ਹੈ? ਮਹਾਰਾਜ ਕਹਿੰਦੇ ਮੈਂ ਨਹੀਂ, ਮੈਂ ਯਕੀਨ ਨਹੀਂ ਕਰਦਾ, ਲੇਕਿਨ ਮੈਂ ਫੁਰਨੇ ਵਿੱਚ, ਅਸਲ ਵਿੱਚ ਮੈਂ ਕੁਰਾਨ ਸਿਰ ਤੇ ਚੁੱਕ ਕੇ ਨਹੀਂ। ਮਹਾਰਾਜ ਕਹਿੰਦੇ ਸਿਰਫ ਫੁਰਨੇ ਵਿੱਚ ਮੈਂ ਇਹ ਕਸਮ ਖਾਧੀ ਹੁੰਦੀ ਕੁਰਾਨ ਦੀ ਤੇ ਮੈਂ ਆਪਣੀ ਜਾਨ ਦੇ ਦਿੰਦਾ, ਲੇਕਿਨ ਇਹ ਆਪਣੀ ਖਾਧੀ ਕਸਮ ਤੋਂ ਪਿੱਛੇ ਨਾ ਮੁੜਦਾ। ਤੇਰਾ ਕੀ ਬਣੇਗਾ? ਤੂੰ ਮੇਰੇ ਮਾਸੂਮ 4 ਬੱਚੇ ਮਾਰ ਕੇ ਆਪਣੇ ਆਪ 'ਚ ਕੀ ਬਣਿਆ ਫਿਰਦਾ? ਅਜੇ ਤੱਕ ਮਿਲੇਗਾ ਸੱਪ ਜਿਉਂਦਾ। ਜਦੋਂ ਉਹ ਸੱਚ ਨੇ ਪੜ੍ਹਿਆ ਸਾਧ ਸੰਗਤ, ਫਿਰ ਉਹਨੇ ਆਪਣਾ ਪੰਚਨਾਮਾ ਤਿਆਰ ਕੀਤਾ, ਬਹੁਤ ਪਛਤਾਇਆ। ਉਹ ਕਹਿੰਦਾ ਵੀ ਮੈਂ ਨਾ ਤਾਂ ਬਣ ਸਕਿਆ ਚੰਗਾ ਇਨਸਾਨ, ਨਾ ਚੰਗਾ ਬਾਦਸ਼ਾਹ ਬਣ ਸਕਿਆ, ਮੇਰੇ ਤੋਂ ਕੋਈ ਚੰਗਾ ਕਾਰਜ ਹੋਇਆ ਨਹੀਂ। ਹੁਣ ਅਖੀਰ ਵਿੱਚ ਮੇਰੀ ਇਹ ਵਸੀਅਤ ਹੈ ਭਈ ਜਿਹੜੇ 305 ਰੁਪਏ ਮੇਰੀ ਕਿਰਤ ਦੇ ਬਚੇ ਆ ਨਾ, ਮੇਰਾ ਕਫਨ ਉਹਦੇ ਚੋਂ ਤਿਆਰ ਕਰਿਓ। ਸ਼ਾਇਦ ਕਹਿੰਦਾ ਮੈਨੂੰ ਪਤਾ ਇਹ ਬਣਨੀ ਨਹੀਂ ਗੱਲ, ਲੇਕਿਨ ਮੈਂ ਖੁਦਾ ਤੇ ਯਕੀਨ ਰੱਖਦਾ, ਸ਼ਾਇਦ ਮੈਂ ਉਹਦੇ ਦਰ ਤੇ ਬਖਸ਼ਿਆ ਜਾਵਾਂ, ਪਰ ਇਦਾਂ ਹੋਣਾ ਨਹੀਂ। ਉਹਦਾ ਪੰਚਨਾਮਾ ਇਹ ਕਹਿੰਦਾ ਇਦਾਂ ਹੋਣਾ ਨਹੀਂ। ਪਰ ਚਲੋ ਜੇਕਰ ਮੇਰੀ ਕਮਾਈ ਦਾ ਕਫਨ ਮੇਰੇ ਤੇ ਪਾ ਦਿਓਗੇ ਤੇ ਸ਼ਾਇਦ ਕੋਈ ਉਹਦੇ ਦਰ ਤੇ ਮੇਰੇ ਨਾਲ ਕੋਈ ਨਰਮੀ ਵਰਤੀ ਜਾਵੇ। ਇਹ ਉਹਦਾ ਪੰਚਨਾਮਾ। ਦੂਜੇ ਬੰਨੇ ਗੁਰੂ ਸਾਹਿਬ ਜੀ ਦੇ ਮਹਾਰਾਜ ਦੇ ਜਿਹੜੇ ਸਤਿਗੁਰੂ ਜੀ ਦੇ ਬਣੇ ਕਹਿੰਦੇ ਭੈ ਕਾਹੂ ਕੋ ਦੇਤ ਰਹਿ ਪੈ ਮਾਨ ਤਾਨ। ਤੂੰ ਜਿਨ੍ਹਾਂ ਨੂੰ ਸ਼ਹੀਦ ਕਰ ਰਿਹਾ ਹੁਣ ਤੂੰ ਕਹਿੰਦਾ ਮੈਂ ਬਖਸ਼ਿਆ ਜਾਵਾਂ, ਕਿਵੇਂ ਬਚ ਸਕਦਾ ਤੂੰ? ਇਹੋ ਜਿਹੀਆਂ ਮੂਰਤਾਂ ਰੱਬ ਵਰਗੀਆਂ ਜਿਹੜੇ ਰੱਬ ਵਿੱਚ ਭੇਦ, ਜਿਨ੍ਹਾਂ ਦੇ ਸਿੱਖ ਬ੍ਰਹਮ ਗਿਆਨ ਤੇ ਪਹੁੰਚੇ ਹੈ, ਉਹਨਾਂ ਦੇ ਗੁਰੂ ਸਾਹਿਬ ਜੀ ਨੂੰ ਤੂੰ ਸੀਸ ਕਰਮ ਕਰਕੇ ਤੇ ਮੁੜ ਕੇ ਕਹਿੰਦਾ ਮੈਂ ਉਹਦੇ ਦਰ ਤੋਂ ਬਖਸ਼ਾਂ। ਕਹਿੰਦਾ ਨਹੀਂ ਮੈਨੂੰ ਪੱਕਾ ਪਤਾ ਮਾਫੀ ਮੈਨੂੰ ਮਿਲਣੀ ਦੀ ਨਹੀਂ, ਪਰ ਮੈਂ ਯਕੀਨ ਨਾ ਛੱਡਾਂ, ਸ਼ਾਇਦ ਮੈਂ ਬਖਸ਼ਿਆ ਜਾਵਾਂ, ਕਿਉਂਕਿ ਕੰਮ ਤਾਂ ਮੇਰੇ ਤੋਂ ਚੰਗਾ ਕੋਈ ਹੋਇਆ ਨਹੀਂ। ਉਹ ਫਤਿਹ ਦੀ ਚਿੱਠੀ ਸੱਚੇ ਪਾਤਸ਼ਾਹ ਜੀ ਲਿਖ ਕੇ ਤਾਂ ਅੱਗੇ ਜਾਂਦੇ ਆ। ਹੁਣ ਇਹ ਜਿਹੜੇ ਗੁਰਮੁਖ ਪਿਆਰੇ ਬਦਾਵਾ ਪੜਵਾਉਂਦੇ ਆ, ਇਹ ਮਿਲਦੇ ਆ ਮਹਾਰਾਜ ਸਾਹਿਬ ਜੀ ਨੂੰ ਰਾਮਿਆਣੇ ਪਿੰਡ। ਰਾਮਿਆਣਾ ਮੁਕਤਸਰ ਦੇ ਨੇੜੇ ਆ ਸਾਧ ਸੰਗਤ ਜੀ, ਤਾਂ ਅਸਥਾਨ ਵੀ ਬਣਿਆ ਬਹੁਤ ਸੋਹਣਾ ਦਸਵੇਂ ਪਾਤਸ਼ਾਹ ਜੀ। ਇਹ ਪੰਚਾਇਤਾਂ ਝਬਾਲ ਤੋਂ ਜਾਂਦੀਆਂ ਔਰ ਇਹਨਾਂ ਦਾ ਆਗੂ ਹੈ ਭਾਗ ਸਿੰਘ ਝਬਾਲ ਵਾਲਾ। ਉਹਦੇ ਵਿੱਚ ਹੀ ਇਹ ਭਾਈ ਮਾਨ ਸਿੰਘ ਹੈ, ਮਾਤਾ ਭਾਗ ਕੌਰ ਜੀ, ਮਾਤਾ ਮਾਈ ਭਾਗੋ ਜੀ ਨੂੰ ਕਹਿੰਦੇ ਆ, ਭਾਈ ਰਾਏ ਸਿੰਘ ਜੀ, ਸਾਰੇ ਗੁਰਮੁਖ ਪਿਆਰੇ ਉਹ ਜਾ ਰਹੇ ਆ। ਤੇ ਇਹ ਕਹਿੰਦੇ ਅਸਲ 'ਚ ਵਿਚਾਰ ਇਸ ਕਰਕੇ ਚੱਲੇ ਵੀ ਕਿਸੇ ਮਰਗ ਦੇ ਭੋਗ ਤੇ ਇੱਥੇ ਇਕੱਠੇ ਹੋਏ ਸੀ, ਤਾਂ ਉਹ ਜਿਹੜੇ ਅਨੰਦਪੁਰ ਸਾਹਿਬ ਤੋਂ ਆਏ, ਕੁਝ ਉਹਨਾਂ ਨੇ ਚਰਚਾ ਦੱਸਿਆ, ਕੁਝ ਉੜਦੀਆਂ ਖਬਰਾਂ ਸੁਣੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੰਨਾ ਘੇਰਾ ਪਿਆ ਸੀ, ਪਰ ਮਹਾਰਾਜ ਨੇ ਛੱਡ ਦਿੱਤਾ ਕਿਲ੍ਹਾ। ਤੇ ਹੁਣ ਕਹਿੰਦੇ ਆ ਗੁਰੂ ਸਾਹਿਬ ਜੀ ਦੇ ਜਿਹੜੇ ਪੁੱਤਰ ਆ ਉਹ ਵੀ ਸ਼ਹੀਦ ਹੋ ਚੁੱਕੇ ਆ, ਇੱਦਾਂ ਮਹਾਰਾਜ ਪਤਾ ਨਹੀਂ ਹੁਣ ਕਿਵੇਂ। ਤੇ ਜਿਹੜੇ ਕੁਝ ਕੁ ਸਰਕਾਰ ਨਾਲ ਸਾਧ ਸੰਗਤ ਜੀ ਬਣਾ ਕੇ ਰੱਖਣ ਵਾਲੇ ਲੋਕ ਸਨ, ਜਿਨ੍ਹਾਂ ਦੀ ਸਰਕਾਰੀ ਦਰਬਾਰੇ ਪਹੁੰਚ ਸੀ, ਜਿਹੜੇ ਭਾਗ ਸਿੰਘ, ਜਿਹੜੇ ਆਪਾਂ ਹੁਣ ਕਹੀਏ ਜਿਹੜੇ ਸਿਆਸੀ ਦਿਮਾਗੀ ਸੀ, ਮਤਲਬ ਸਿਆਸਤ ਕੋਈ ਗਾਲ ਨਹੀਂ, ਮਹਾਰਾਜ ਛੇਵੇਂ ਪਾਤਸ਼ਾਹ ਨੇ ਧਰਮ ਸਿਆਸਤ ਇਕੱਠੇ ਕੀਤੇ, ਪਰ ਜਿਨ੍ਹਾਂ ਦੇ ਦਿਮਾਗ 'ਚ ਸਿਰਫ ਉਹ ਪਾਸਾ ਧਰਮ ਹੈ ਨਹੀਂ, ਉਹਨਾਂ ਨੇ ਉੱਥੇ ਆਖਿਆ ਸੀ ਵੀ ਚਲੋ ਚੱਲੀਏ, ਵੀ ਚਲੋ ਮਹਾਰਾਜ ਸਾਹਿਬ ਜੀ ਨਾਲ ਗੱਲ ਤਾਂ ਕਰੀਏ ਜਾ ਕੇ ਵੀ ਮਹਾਰਾਜ ਕੀ ਮਿਲਿਆ ਸਰਕਾਰ ਨਾਲ ਮੱਥਾ ਲਾ ਕੇ। ਤੇ ਚਲੋ ਹੁਣ ਵੀ ਸਾਨੂੰ ਗੁਰੂ ਦੀ ਲੋੜ ਹੈ, ਤੁਹਾਨੂੰ ਸਿੱਖ ਸੰਗਤਾਂ ਦੀ ਜ਼ਰੂਰਤ ਹੈ, ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਮੰਜੀ ਤੇ ਬੈਠ ਕੇ ਉਪਦੇਸ਼ ਦਿਓ, ਅਸੀਂ ਤੁਹਾਡੇ ਨਾਮ ਦੇ ਉਪਦੇਸ਼ ਨੂੰ ਕਮਾਈਏ, ਅਸੀਂ ਗੁਰੂ ਵਾਲੇ, ਤੁਸੀਂ ਸੰਗਤਾਂ ਵਾਲੇ। ਇੱਥੋਂ ਵੱਡੀ ਗਿਣਤੀ 'ਚ ਸਾਧ ਸੰਗਤ ਜੀ ਟੋਲਾ ਤੁਰਿਆ ਸੀ, ਕਈਆਂ ਪਿੰਡਾਂ ਦੀਆਂ ਪੰਚਾਇਤਾਂ ਝਬਾਲ ਦੇ ਏਰੀਏ 'ਚ, ਕਿਉਂਕਿ ਭਾਈ ਮਾਨ ਸਿੰਘ ਦਾ ਪਿੰਡ ਬਿਲਕੁਲ ਝਬਾਲ ਵੀ ਤਰਨਤਾਰਨ ਦੇ ਨੇੜੇ, ਬੀੜਬਾ ਗੋਡਾ ਸਾਹਿਬ ਲਾਗੇ, ਤੇ ਭਾਈ ਮਾਨ ਸਿੰਘ ਦਾ ਪਿੰਡ ਵੀ ਤਰਨਤਾਰਨ ਸਾਹਿਬ ਦੇ ਨੇੜੇ ਰਟਾਉਣ, ਤੇ ਮਾਤਾ ਭਾਗੋ ਦਾ ਪਿੰਡ ਵੀ ਝਬਾਲ ਹੈ। ਇੱਥੋਂ ਉਹ ਗਏ ਸੀ ਤੇ ਪੁੱਛਦੇ ਜਦੋਂ ਮੇਲ ਹੁੰਦਾ ਮਹਾਰਾਜ ਸਾਹਿਬ ਜੀ ਦੇ ਨਾਲ, ਉਹ ਹੁੰਦਾ ਰਾਮਿਆਣਾ। ਉੱਥੇ ਜਾ ਕੇ ਫਿਰ ਸਤਿਗੁਰੂ ਜੀ ਨੂੰ ਪਹਿਲਾਂ ਹੀ ਮੱਥਾ ਟੇਕਦੇ ਆ, ਫਿਰ ਮਹਾਰਾਜ ਸਾਹਿਬ ਜੀ ਨੂੰ
ਹੌਲੀ ਹੌਲੀ ਗੱਲਬਾਤ ਸ਼ੁਰੂ ਕਰਦੇ ਜਿਹੜੇ ਉਹ ਚੌਧਰੀ ਲੋਕ। ਇਹ ਚੌਧਰੀ ਸੀ ਇਹ ਭਾਗ ਸਿੰਘ। ਇਹ ਕਹਿੰਦਾ ਵੀ ਮਹਾਰਾਜ ਸਾਹਿਬ ਜੀ ਨੂੰ ਪਤਾ ਲੱਗਾ ਦਿਸ ਵੀ ਨਹੀਂ ਰਹੇ ਸਾਹਿਬਜ਼ਾਦੇ ਆਪ ਜੀ ਦੇ ਨਾਲ, ਬਈ ਇੰਨਾ ਪਰਿਵਾਰ ਦਾ ਨੁਕਸਾਨ ਹੋ ਗਿਆ, ਅਤੇ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਕੋਈ ਗੱਲ ਨਹੀਂ, ਹੁਣ ਵੀ ਕੁਛ ਨਹੀਂ ਹੋਇਆ, ਜੇ ਤੁਸੀਂ ਕਿਰਪਾ ਕਰੋ ਤਾਂ ਤੁਸੀਂ ਇਹ ਜੰਗਾਂ ਜੁੱਦਾਂ ਵਾਲਾ ਛੱਡੋ ਕੰਮ, ਵੀ ਇਹਦੇ 'ਚ ਕੋਈ ਬਹੁਤੀ ਪ੍ਰਾਪਤੀ ਹੈਗੀ ਨਹੀਂ, ਇਹ ਆਪਾਂ ਨੂੰ ਕਰਨਾ ਨਹੀਂ ਚਾਹੀਦਾ। ਕੀ ਇਹ 'ਚੋਂ ਮਿਲ ਗਿਆ? ਮਹਾਰਾਜ ਸੁਣੀ ਗਏ ਚੁੱਪ ਕਰਕੇ। ਅਤੇ ਚਲੋ ਜੇ ਜ਼ਿਆਦਾ ਗੱਲ ਹੈ, ਮੰਨ ਲਓ ਤੁਹਾਨੂੰ ਸ਼ਸਤਰ ਮਜਬੂਰੀ ਨੂੰ ਚੁੱਕਣੇ ਪਏ, ਤਾਂ ਸਰਕਾਰ ਤੁਹਾਡਾ ਪਿੱਛਾ ਕਰ ਰਹੀ ਹੈ, ਅਸੀਂ ਸਰਕਾਰ ਨਾਲ ਗੱਲ ਕਰਾ ਦਿੰਦੇ ਹਾਂ ਤੁਹਾਡੀ, ਸਾਡਾ ਬਹਿਣ ਖਲੋਣਾ, ਅਸੀਂ ਵਿੱਚ ਜਾਵਣ ਬਣ ਕੇ ਵਿਚੋਲੇ ਬਣ ਕੇ ਤਾਂ ਰਾਜੀਨਾਮਾ ਕਰਵਾ ਦਿੰਦੇ ਹਾਂ। ਤੁਸੀਂ ਗੁਰੂ ਸਾਹਿਬ ਨਾਮ ਦਾ ਉਪਦੇਸ਼ ਦਿਓ ਜਿਵੇਂ ਬਾਕੀ ਸਤਿਗੁਰੂ ਜੀ ਦਿੰਦੇ ਰਹੇ ਆ, ਅਸੀਂ ਬੈਠ ਕੇ ਸੁਣੀਏ। ਅਤੇ ਜਦੋਂ ਮਹਾਰਾਜ ਨੇ ਆਖਿਆ ਹੋਰ ਕੁਝ, ਉਹਨਾਂ ਨੇ ਬਸ ਇਹੀ ਬੇਨਤੀ ਕਰਨਾ ਹੈ। ਗੁਰੂ ਸਾਹਿਬ ਨੇ ਆਖਿਆ ਪਹਿਲਾਂ ਦੇਖੋ ਗੁਰਮੁਖੋ, ਤੁਸੀਂ ਸਿੱਖੋ ਕਿ ਉਪਦੇਸ਼ ਲੈਣ ਆਏ ਆ ਕਿ ਗੁਰੂ ਨੂੰ ਉਪਦੇਸ਼ ਦੇਣ ਆਏ? ਤੁਸੀਂ ਗੁਰੂ ਨੂੰ ਉਪਦੇਸ਼ ਦੇ ਰਹੇ, ਸਮਝਾ ਰਹੇ ਤੁਸੀਂ ਮੈਨੂੰ, ਇਉਂ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਵੀ ਨਹੀਂ, ਇਹ ਸਾਨੂੰ ਇਹੋ ਜਿਹਾ ਉਪਦੇਸ਼ ਦੇਣ ਵਾਲੇ ਸਿੱਖਾਂ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਉਪਦੇਸ਼ ਹੀ ਦੇਣਾ ਸੀ। ਇਹ ਅਗਰ ਸੁਲਾਹ ਕੋਲੀ ਏਡੇ ਬਣਨਾ ਸੀ, ਉਦੋਂ ਤੁਸੀਂ ਕਿੱਥੇ ਜਾਂ ਨਾਵੇਂ ਪਾਸੇ ਸਾਹਮਣੇ ਸਿੱਖ ਸ਼ਹੀਦ ਕੀਤੇ ਜਾ ਰਹੇ ਸੀ। ਉਸ ਵੇਲੇ ਤੁਸੀਂ ਕਹਿੰਦੇ ਵੀ ਇਹ ਸਰਕਾਰ ਨੂੰ ਵੀ ਇੱਦਾਂ ਨਾ ਕਰੋ, ਜਾਂ ਨਾਵੇਂ ਪਾਸੇ ਸੀਸ ਧੜ ਤੋਂ ਵੱਖਰਾ ਕੀਤਾ ਜਾ ਰਿਹਾ ਸੀ, ਉਸ ਵੇਲੇ ਤੁਸੀਂ ਕਿੱਥੇ ਸੀ? ਉਦੋਂ ਤੁਸੀਂ ਕਿਉਂ ਵਿੱਚ ਪੈ ਕੇ ਸੁਲਾਹ ਕਰਾਈ? ਜਦ ਸਾਨੂੰ 8 ਮਹੀਨੇ ਘੇਰਾ ਪਿਆ ਰਿਹਾ, ਅਸੀਂ ਕਿਸੇ ਦੀ ਧਰਤੀ 'ਤੇ ਨਹੀਂ, ਸਾਡੇ ਪਿਤਾ ਦੀ ਖਰੀਦੀ ਧਰਤੀ ਹੈ, ਅਸੀਂ ਆਪਣੇ ਅਨੰਦਪੁਰੀ ਵਿੱਚ ਬੈਠੇ ਹਾਂ, ਅਤੇ ਇੰਨੇ ਮਹੀਨੇ ਸਾਨੂੰ ਘੇਰਾ ਪਿਆ ਰਿਹਾ, ਰਾਸ਼ਨ ਤੱਕ ਸਾਡਾ ਪਾਣੀ ਤੱਕ ਬੰਦ ਉਹਨਾਂ ਨੇ ਕਰ ਦਿੱਤਾ। ਤੁਸੀਂ ਸੁਲਾਹ ਕਰਾਉਣ ਵਾਲੇ ਲੱਭੇ ਨਹੀਂ, ਆਏ ਕਿਉਂ ਨਾ ਤੁਸੀਂ ਸੁਲਾਹ ਕਰਾਉਣ? ਫਿਰ ਜੇ ਉਹ ਬੇਈਮਾਨ ਹੋਏ ਤੇ ਅਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ, ਹੁਣ ਕਿੱਥੋਂ ਤੱਕ ਗੱਲ ਹੋ ਗਈ? ਤੁਸੀਂ ਲੱਭੇ ਨਹੀਂ ਕਿਤੇ, ਅੱਜ ਤੁਸੀਂ ਸਾਨੂੰ ਕਹਿ ਰਹੇ ਆ ਕਿ ਮਹਾਰਾਜ ਅਸੀਂ ਤੁਹਾਡੀ ਸਰਕਾਰ ਨਾਲ ਗੱਲ ਕਰਾ ਦਿੰਦੇ ਹਾਂ। ਤੇ ਮਹਾਰਾਜ ਕਹਿੰਦੇ ਨਹੀਂ, ਜ਼ਰੂਰਤ ਨਹੀਂ ਹੈਗੀ ਸਾਨੂੰ ਗੱਲ ਕਰਨ ਦੀ। ਕਿਉਂ? ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵੀ ਮਹਾਰਾਜ ਸਾਹਿਬ ਜੀ ਨੇ ਸ਼ਸਤਰ ਚੁੱਕ ਕੇ ਚੰਗਾ ਨਹੀਂ ਕੀਤਾ, ਸ਼ਾਇਦ ਮਹਾਰਾਜ ਕੋਲ ਭੁੱਲ ਹੋ ਗਈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਅਸਲ 'ਚ ਇੱਥੇ ਆਣ ਕੇ ਸਾਧ ਸੰਗਤ ਜੀ, ਬੰਦੇ ਦੀ ਮੱਤ ਜਿਹੜੀ ਹੈ ਨਾ ਜਦੋਂ ਪੁੱਠੀ ਹੁੰਦੀ ਹੈ, ਬਸ ਇਹ ਜਿਹੜਾ ਅਕੀਦਾ ਪੱਕਾ ਹੋਣਾ, ਵਿਸ਼ਵਾਸ ਭਰੋਸਾ ਹੋਣਾ, ਤੇ ਇਹ ਕਹਿਣਾ ਵੀ ਨਹੀਂ ਮੈਂ ਬਹੁਤ ਹਾਂ ਹੁਣੇ ਆਪਾਂ ਪੰਕਤੀ ਵਿਚਾਰੀ ਨਾ, ਗੁਣੀ ਗਿਆਨੀ ਸੂਰਮੋ ਦਾਤੇ, ਇਹ ਬੁੱਧ ਕਬੇ ਨਾ ਨਾਸੀ, ਮੈਂ ਬੜਾ ਗੁਣੀ, ਮੈਂ ਬੜਾ ਗਿਆਨਵਾਨ, ਮੈਨੂੰ ਗਿਆਨ ਵੱਡਾ, ਬਸ ਉਹਨਾਂ ਨੂੰ ਇਹ ਭੁਲੇਖਾ ਸੀ। ਤੇ ਮਹਾਰਾਜ ਸਾਹਮਣੇ ਆਖਿਆ ਨਹੀਂ, ਸਾਨੂੰ ਇਹ ਜਿਹੀ ਸਲਾਹ ਦੀ ਜ਼ਰੂਰਤ ਨਹੀਂ, ਅਸੀਂ ਧਰਤੀ ਤੋਂ ਜ਼ੁਲਮ ਮਿਟਾਉਣ ਲਈ ਸ਼ਸਤਰ ਚੱਕੇ ਆ, ਕਿਸੇ ਦਾ ਰਾਜ ਭਾਗ ਖੋਣ ਲਈ ਸ਼ਸਤਰ ਨਹੀਂ ਚੱਕੇ, ਕਿਸੇ ਦੀ ਧਰਤੀ ਮੱਲਣ ਲਈ ਤਾਂ ਸ਼ਸਤਰ ਚੱਕੇ ਨਹੀਂ, ਕਿਸੇ ਦਾ ਤਖਤ 'ਤੇ ਕਬਜ਼ਾ ਕਰਨ ਲਈ ਥੋੜ੍ਹਾ ਅਸੀਂ ਸ਼ਸਤਰ ਚੱਕੇ, ਅਸੀਂ ਤਾਂ ਸ਼ਸਤਰ ਚੱਕੇ ਧਰਤੀ ਤੋਂ ਜ਼ੁਲਮ ਖਤਮ ਹੋ ਗਿਆ। ਕਿਉਂਕਿ ਮਹਾਰਾਜ ਨੇ ਪਹਿਲਾਂ ਹੀ ਦੱਸ ਦਿੱਤਾ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਜੇ ਵਿਦ ਮਿਆਨੋ, ਉਹ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਹਾਂ ਮੈਂ ਕਾਜ ਜਗਤ ਨੂੰ ਆਏ ਧਰਮੇ ਗੁਰਦੇਵ ਪਠਾਏ, ਕਹਿੰਦੇ ਸਾਡਾ ਕਾਰਜ ਹੋਰ ਹੈ ਕੋਈ ਸੰਸਾਰ 'ਤੇ ਆਉਣ ਦਾ। ਲੇਕਿਨ ਉਹਦੇ ਨਾਲ ਹੀ ਮਹਾਰਾਜ ਨੇ ਇਹ ਵੀ ਆਖਿਆ ਨਾ, ਧਰਮ ਚਲਾਵਣ ਸੰਤੋ ਬਾਰਨ ਦੁਸ਼ਟ ਸਭਨ ਕਾ ਮੂਲ ਪਾਲਣ। ਮਹਾਰਾਜ ਕਹਿੰਦੇ ਦੁਸ਼ਟਾਂ ਦੀ ਜੜ, ਕਿਉਂਕਿ ਦੁਸ਼ਟਤਾ ਹੀ ਸੰਸਾਰ 'ਤੇ ਰਹਿ ਗਈ ਤੇ ਭਲੇ ਲੋਕਾਂ ਦਾ ਜੀਣਾ ਆਰਾਮ ਹੋ ਜਾਏਗਾ। ਦੁਸ਼ਟ ਦੇ ਆਖਰੀ ਅਰਥ ਹੈ ਦੁੱਖ ਦੇਣਾ, ਜਿਹੜੇ ਬਿਨਾਂ ਵਜ੍ਹਾ ਬੇਕਸੂਰਾਂ ਨੂੰ ਦੁੱਖ ਦੇ ਰਹੇ ਹੈ, ਜੇ ਅਸੀਂ ਉਹਨਾਂ ਦਾ ਨਾਸ਼ ਨਹੀਂ ਕਰਾਂਗੇ ਤਾਂ ਸੰਸਾਰ 'ਤੇ ਸ਼ਾਂਤੀ ਕਿਵੇਂ ਪਸਰੇਗੀ? ਅਸੀਂ ਧਰਮ ਕਰਕੇ ਧਰਮ ਕਿਵੇਂ ਚੱਲੇਗਾ? ਕੌਣ ਚੱਲਣ ਦੇਵੇਗਾ ਧਰਮ ਨੂੰ, ਜੇ ਦੁਸ਼ਟ ਵੀ ਦੰਦ ਲਾਉਂਦੇ ਫਿਰਨਗੇ ਤਾਂ? ਇਸ ਕਰਕੇ ਅਸੀਂ ਸ਼ਸਤਰ ਚੱਕੇ ਆ। ਪਰ ਤੁਸੀਂ ਕਹਿੰਦੇ ਨੇ ਕਾਹਤੋਂ? ਇਸ ਲਈ ਸਲਾਹ ਦੀ ਜ਼ਰੂਰਤ। ਤਾਂ ਮਹਾਰਾਜ ਠੀਕ ਹੈ, ਫਿਰ ਨਹੀਂ ਜ਼ਰੂਰਤ ਤਾਂ ਠੀਕ ਹੈ, ਫਿਰ ਇਹਦਾ ਮਤਲਬ ਵੀ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤੇ ਫਿਰ ਸਾਡੇ ਕੋਲੋਂ ਸਿੱਖੀ ਨਹੀਂ ਨਿਭਣੀ। ਮਹਾਰਾਜ ਕਹਿੰਦੇ ਕੋਈ ਨਹੀਂ, ਚੜ੍ਹਦੀ ਕਲਾ ਨਹੀਂ ਨਿਭਣੀ ਤਾਂ ਲੱਗੇ ਮੱਥਾ ਟੇਕ। ਕਹਿੰਦੇ ਠੀਕ ਹੈ ਮਹਾਰਾਜ, ਫਿਰ ਤੁਸੀਂ ਆਪਣੇ ਥਾਂ ਰਾਜੀ, ਅਸੀਂ ਆਪਣੀ ਜਗ੍ਹਾ ਰਾਜੀ, ਸਾਡੇ ਕੋਲ ਸਿੱਖੀ ਨਹੀਂ ਨਿਭ ਸਕਦੀ। ਤੇ ਮਹਾਰਾਜ ਆਖਿਆ ਨਹੀਂ, ਐਂ ਨਹੀਂ, ਲਿਖ ਕੇ ਦੇ ਦਿਓ, ਇਹ ਨਹੀਂ ਨਾ ਜਾਣਾ, ਲਿਖ ਕੇ ਦਿਓ ਤੁਸੀਂ ਵੀ ਅਸੀਂ ਤੁਹਾਡੇ ਸਿੱਖ ਨਹੀਂ, ਲਿਖ ਦਿੱਤਾ ਜੀ। ਉਹਨੂੰ ਬੇਦਾਵਾ ਕਹਿੰਦੇ ਆ, ਦਾਵਾ ਖਤਮ ਹੋ ਗਿਆ ਵੀ ਅਸੀਂ ਤੇਰੇ ਸਿੱਖ ਹਾਂ, ਦਾਵਾ ਖਤਮ ਹੋ ਗਿਆ, ਤੂੰ ਸਾਡਾ ਗੁਰੂ ਆ। ਜੇ ਦਾਵਾ ਤੇ ਆਪਾਂ ਕਹਿ ਸਕਦੇ ਹਾਂ ਨਾ, ਹੋਏਗਾ ਖਸਮ ਤਾਂ ਲਏਗਾ ਰਾਖ। ਜਦ ਬੇਦਾਵਾ ਹੀ ਹੋ ਗਿਆ ਤੇ ਫਿਰ ਖਸਮ ਕੌਣ ਤੇ ਰੱਖੇਗਾ ਕੌਣ ਜੀ? ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪੈਂਦੇ, ਇਹ ਪਿੱਛੇ ਚੱਲ ਪੈਂਦੇ। ਇਹਨਾਂ ਨੂੰ ਮੋੜਨ ਲਈ ਭਾਈ ਮਹਾਂ ਸਿੰਘ ਕਿੰਨੀ ਦੂਰ ਪਿੱਛੇ ਤੁਰਿਆ। ਉਹ ਇਸ ਕੰਮ ਲਈ ਆਪਾਂ ਥੋੜ੍ਹੋ ਆਏ ਸੋ, ਤੁਸੀਂ ਤੇ ਪਹਿਲੀ ਗੱਲ ਵੀ ਵਿਗਾੜ ਦਿੱਤੀ। ਤੁਸੀਂ ਇਹ ਬੇਮੁਖ ਹੋ ਕੇ ਜਾਓਗੇ ਕਿੱਥੇ? ਆਪਣਾ ਭਲਾ ਕੌਣ ਕਰੇਗਾ? ਐ ਨਾ ਕਰੋ, ਚੱਲੀਏ ਮਹਾਰਾਜ ਤੋਂ ਮਾਫੀ ਮੰਗੀਏ, ਇਹ ਨਹੀਂ ਸੀ ਆਪਾਂ ਨੂੰ ਕਰਨਾ ਚਾਹੀਦਾ। ਨਹੀਂ ਮੰਨੇ, ਅਖੀਰ ਭਾਈ ਮਹਾਂ ਸਿੰਘ ਨੇ ਫਿਰ ਲਕੀਰ ਖਿੱਚੀ,
ਉਹਨੇ ਕਿਹਾ ਠੀਕ ਹੈ ਗੁਰਮੁਖੋ, ਅਸੀਂ ਇਸ ਕੰਮ ਵਾਸਤੇ ਨਹੀਂ ਸਾਂ, ਅਸੀਂ ਤੁਹਾਡੇ ਨਾਲ ਆਏ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਪਹਿਲੀ ਭੁੱਲ ਬਖਸ਼ਾਈ ਜਾਵੇ। ਤੁਸੀਂ ਤਾਂ ਨਵਾਂ ਗੱਡਾ ਸਿਰ ਤੇ ਲਾ ਦਿੱਤਾ। ਮੈਂ ਨਹੀਂ ਇਸ ਗੱਲ ਦੇ ਨਾਲ ਸਹਿਮਤ, ਔਰ ਜਿਹੜਾ ਮੇਰੇ ਨਾਲ ਸਹਿਮਤ ਆ ਉਹ ਲਕੀਰ ਦੇ ਇਸ ਪਾਸੇ ਆ ਜਾਓ, ਬਾਕੀ ਜਾਣ ਪਿੱਛੇ। ਸਭ ਪੰਚਾਇਤਾਂ ਲੰਘ ਗਈਆਂ ਸਨ। ਇਹ 40 ਵਜੇ ਜੀ ਬਸ, ਫਿਰ 40 ਸੀ ਇਹ, ਤੇ ਨਾਲ ਇਹਨਾਂ ਦੇ ਮਾਤਾ ਭਾਗੋ ਜੀ ਜਿਹੜੇ ਇਸ ਪਾਸੇ ਰਹਿ ਗਏ। ਉਹਨੇ ਕਿਹਾ ਭਾਈ ਮਾਨ ਸਿੰਘਾ ਅਸੀਂ ਤੇਰੇ ਨਾਲ ਆ। ਕਹਿੰਦੇ ਚੱਲੀਏ ਫਿਰ ਆਪਾਂ ਮਹਾਰਾਜ ਕੋਲ, ਆਪਾਂ ਤਾਂ ਮਾਫੀ ਮੰਗਣ ਵਾਸਤੇ ਆਏ ਹਾਂ। ਜੇ ਕੋਈ ਗੁਰ ਤੇ ਬੇਮੁਖ ਹੋਏ ਬਨ ਸਤਿਗੁਰੂ ਮੁਕਤ ਨਾ ਪਾਵੇ, ਕੌਣ ਫੜੂਗਾ ਆਪਣੀ ਬਾਂਹ ਗੁਰਮੁਖੋ? ਕਿਉਂਕਿ ਮਹਾਰਾਜ ਦੇ ਨਾਲ ਰਹੇ ਨਾ, ਆਖਿਰ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਜਾਣਦੇ ਹੋ। ਪਹਿਲੀ ਵਾਰੀ ਥੋੜ੍ਹੇ ਮਹਾਰਾਜ ਨੂੰ ਮਿਲਣ ਆਏ, ਰਹੇ ਮਹਾਰਾਜ ਦੇ ਨਾਲ ਅਨੰਦਪੁਰ ਸਾਹਿਬ। ਗੁਰੂ ਸਾਹਿਬ ਜੀ ਦੀਆਂ ਬਖਸ਼ਣ ਬਹੁਤ ਨੇੜੇ ਉਹਨਾਂ ਨੇ ਤੱਕਿਆ। ਇਸ ਲਈ ਭਾਈ ਮਾਨ ਸਿੰਘ ਕਹਿੰਦੇ ਪਹਿਲਾਂ ਹੀ ਪਛਤਾਵਾ ਨਹੀਂ ਕਿਸੇ ਰਾਸ ਆਉਂਦਿਆ। ਆਪਾਂ ਤਾਂ ਭਾਈ ਮਾਫੀ ਮੰਗਾਂਗੇ ਮਹਾਰਾਜ ਸਾਹਿਬ ਜੀ। ਜਦੋਂ ਵਾਪਸ ਰਾਮੇ ਆਣੇ ਗਏ, ਮਹਾਰਾਜ ਉੱਥੋਂ ਅੱਗੇ ਚਲੇ ਗਏ। ਹੈਗੇ ਨਹੀਂ ਮਹਾਰਾਜ ਉੱਥੋਂ ਰਾਮੇ ਆਣੇ, ਗੁਰੂ ਸਾਹਿਬ ਜੀ ਉੱਥੋਂ ਅੱਗੇ ਚਲੇ ਗਏ। ਇਹ ਮਹਾਰਾਜ ਦੀ ਪੈੜ ਲੱਭਦੇ ਲੱਭਦੇ, ਕਿਉਂਕਿ ਹੁਣ ਵਰਗਾ ਤਾਂ ਸਮਾਂ ਹੀ ਨਹੀਂ ਸੀ। ਐਂ ਥੋੜਾ ਵੀ ਮੋਟਰ ਫੜੋ ਤੇ ਜਿੱਥੇ ਮਰਜ਼ੀ ਜਾ ਕੇ ਉਤਰ ਜਾਓ। ਪੁੱਛ ਕੇ ਗੁਰੂ ਸਾਹਿਬ ਕਿਸ ਪਾਸੇ ਗਏ, ਕਿਸ ਪਾਸੇ ਗਏ, ਪਿੱਛੇ ਪਿੱਛੇ ਤੁਰੇ ਆਉਂਦੇ, ਜਿਵੇਂ ਜਿਵੇਂ ਦੱਸ ਪੈਂਦੀ ਜਾਂਦੀ ਹੈ। ਕੋਟ ਕਪੂਰਾ ਚੌਧਰੀ ਜਿਹੜਾ ਕਲਗੀਧਰ ਪਾਤਸ਼ਾਹ ਜੀ ਤੋਂ ਸਾਧ ਸੰਗਤ ਜੀ ਪਾਸਾ ਵੱਟ ਗਏ ਜੀ, ਸਰਕਾਰ ਤੁਹਾਡੇ ਪਿੱਛੇ। ਉਤੋਂ ਦੱਸ ਪੈਂਦੀ ਇਹ ਫਿਰ ਪਹੁੰਚਦੇ ਆ ਇੱਥੇ ਖਦਰਾਣੇ ਦੀ ਢਾਬ ਤੇ। ਕਹਿੰਦੇ ਇਹ 5 ਭਰਾਵਾਂ ਦੀ ਜਗ੍ਹਾ ਸੀ, ਜਿਹਦੇ ਵਿੱਚੋਂ ਇੱਕ ਦਾ ਨਾਂ ਖਦਰਾਣਾ ਸੀ, ਜਿਸ ਦੀ ਜ਼ਮੀਨ ਵਿੱਚ ਸਾਧ ਸੰਗਤ, ਕਿਉਂਕਿ ਉਸ ਇਲਾਕੇ 'ਚ ਪਾਣੀ ਹੈ ਹੀ ਨਹੀਂ ਸੀ ਕਿਤੇ। ਇਹ ਉੱਦਾਂ ਵੀ ਲੋਕ ਢਾਬਾਂ ਦਾ ਹੀ ਪਾਣੀ ਉਦੋਂ ਵਰਤਦੇ ਸੀ। ਉਹ ਤਾਂ ਬਹੁਤ, ਚਲੋ ਆਪਾਂ ਕਹੀਏ 3 ਸਦੀਆਂ ਪਹਿਲਾਂ ਦੀ ਗੱਲ ਹੈ। ਥੋੜ੍ਹੀ ਪਹਿਲਾਂ ਅਸੀਂ ਇੱਕ ਵਾਰੀ ਬੁੱਢਾ ਜੌੜ ਵੱਲ ਨੂੰ ਗਏ ਸਾਂ, ਗੰਗਾ ਨਗਰ ਤੋਂ ਅੱਗੇ, ਤਾਂ ਉਹ ਸਾਰਾ ਪਿੰਡ, ਉਹ ਡਿੱਗੀ ਉਹਨੂੰ ਕਹਿੰਦੇ ਸੀ ਪਿੰਡ 'ਚ, ਉਹ ਜਿਹੜਾ ਇਕੱਠਾ ਹੁੰਦਾ ਉਹ 'ਚੋਂ ਹੀ ਵਰਤਦਾ ਸੀ। ਹੈ ਹੀ ਨਹੀਂ ਸੀ ਪਾਣੀ ਦਾ ਪ੍ਰਬੰਧ। ਉਹ ਜਿਹੜਾ ਛੱਪੜ ਜਿਹਾ ਲੱਗਾ ਉਹਨੂੰ ਉੱਪਰੋਂ ਢੱਕ ਰੱਖਦੇ ਸੀ, ਉਸੇ ਦਾ ਪਾਣੀ ਵਰਤਦੇ ਸੀ। ਉੱਥੇ ਉਹ ਢਾਬ ਜਿਹੜਾ ਪਾਣੀ ਇਕੱਠਾ ਹੋਇਆ, ਉੱਥੇ ਸਾਧ ਸੰਗਤ ਜੀ ਫਿਰ ਇਹ ਜੰਗ ਹੁੰਦੀ ਇਹਨਾਂ ਗੁਰਮੁਖਾਂ ਦੀ। ਸੋ ਉਹ ਥੋੜ੍ਹੀ ਕੁ ਵਿਚਾਰ ਆਪਾਂ ਜੇ ਬਚੇਗੀ ਇਹਨਾਂ ਸੂਰਮਿਆਂ ਦੀ ਆਪਾਂ ਕੱਲ ਕਰਾਂਗੇ, ਕਿਉਂਕਿ ਸ਼ਬਦ ਪੂਰਾ ਕਰਕੇ ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ, ਅਰਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਮਾਨ। ਅਰਸਰ ਤੀਰਥ, ਕਿਉਂਕਿ ਤੀਰਥ ਦੀ ਤੇ ਇਸ਼ਨਾਨ ਦੀ ਗੱਲ ਚੱਲੀ ਨਾ ਮਾਘ ਦੇ ਮਹੀਨੇ ਕਰਕੇ। ਪੰਜਵੇਂ ਪਾਤਸ਼ਾਹ ਬਾਕੀ ਸਾਰੀਆਂ ਪੌੜੀਆਂ ਤੇ ਜਪੋ ਧਿਆਓ ਸਿਮਰੋ ਕਹਿ ਰਿਹਾ, ਲੇਕਿਨ ਇਹਦੇ 'ਚ ਕਹਿ ਰਿਹਾ ਇਸ਼ਨਾਨ, ਕਿਉਂਕਿ ਇਸ ਮਹੀਨੇ 'ਚ ਇਸ਼ਨਾਨ ਦਾ ਮਹੱਤਵ ਚੱਲ ਰਿਹਾ ਕਿਤੇ। ਹੁਣ ਗੁਰੂ ਸਾਹਿਬ ਕਹਿੰਦੇ ਅਰਸਰ ਤੀਰਥ ਸਗਲ ਪੁੰਨ, 68 ਤੀਰਥਾਂ ਤੇ ਸਾਰੇ ਕੀਤੇ ਪੁੰਨ ਦਾ ਜੋ ਫਲ ਹੈ, 68 ਤੀਰਥਾਂ ਤੇ ਇਸ਼ਨਾਨ ਦਾ ਜੋ ਫਲ ਹੈ, ਹਰ ਤੀਰਥ ਤੇ ਜਾ ਕੇ ਕੀਤੇ ਪੁੰਨ ਦਾ ਜੋ ਫਲ ਹੈ, ਜੀ ਦਇਆ ਪ੍ਰਮਾਣ। ਕਹਿੰਦੇ ਗੁਰਮੁਖੋਂ ਸਾਰਾ ਫਲ ਤੁਹਾਨੂੰ ਕਿਸੇ ਜੀ ਤੇ ਦਇਆ ਕਰਕੇ ਹੋ ਜਾਏਗਾ। 68 ਤੀਰਥਾਂ ਤੇ ਕੀਤੇ ਇਸ਼ਨਾਨ ਤੇ ਪੁੰਨ ਦਾ ਜੋ ਫਲ ਹੈ, ਤੁਸੀਂ ਕਿਸੇ ਤੇ ਤਰਸ ਕਰ ਦਿਓਗੇ, ਉਹੀ ਫਲ ਪ੍ਰਾਪਤ ਹੈ। ਕਿਉਂਕਿ ਬਹੁਤ ਵੱਡੀ ਗੱਲ ਹੈ, ਜੇ ਹਿਰਦਾ ਸੁੱਕਾ ਹੋਇਆ, ਅੰਦਰੋਂ ਕਠੋਰ ਹੈ, ਪੱਥਰ ਹੈ, ਤਰਸ ਨਹੀਂ ਹੈਗਾ, ਪਰਉਪਕਾਰ ਨਹੀਂ ਹੈਗਾ, ਮਿਹਰਮਤ ਨਹੀਂ ਹੈਗੀ, ਤਾਂ ਉਹ ਇਨਸਾਨ ਨਹੀਂ ਹੈਗਾ। ਕੋਈ ਜਾਮਾ ਇਨਸਾਨ ਦਾ ਹੈ, ਅੰਦਰੋਂ ਪੱਥਰ ਹੈ। ਕਿਸੇ ਦੇ ਬੱਚੇ ਨੂੰ ਮਾਂ ਦੀ ਗਲ ਨਾਲੋਂ ਲਾ ਕੇ ਆਉਂਦੇ ਜਿਹਦੇ ਸੁੱਟ ਕੇ ਟਾਂਗਾ, ਇਨਸਾਨ ਥੋੜ੍ਹਾ ਉਹ। ਕਿਵੇਂ ਨੂੰ ਤੁਸੀਂ ਕਹਿ ਸਕਦੇ ਵੀ ਇਨਸਾਨ? ਵੇਖਣ ਨੂੰ ਇਨਸਾਨ ਹੈ, ਜਾਮਾ ਇਨਸਾਨ ਦਾ ਹੈ। ਕਿਸੇ ਦੇ ਮਾਸੂਮ ਬੱਚੇ ਦੀ ਮੁੱਢੀ ਤੇ ਰੱਖ ਕੇ ਟੁਕੜੇ ਕੋਈ ਪਸ਼ੂ ਬਿਰਤੀ ਕਰ ਸਕਦਾ। ਪਰ ਜੇ ਤੁਸੀਂ ਕਹਿੰਦੇ ਤਰਸਦਾ ਹਿਰਦਾ ਰੱਖਦੇ ਨਾ, ਜੀ ਦਇਆ, ਕਿਸੇ ਜੀ ਤੇ ਦਇਆ ਕਰਨੀ ਜੇ ਤੁਹਾਡਾ ਜੇ ਅੰਦਰ ਹੈਗਾ, ਤਾਂ ਕਹਿੰਦੇ 68 ਤੀਰਥਾਂ ਤੇ ਕੀਤੇ ਇਸ਼ਨਾਨ ਤੇ ਪੁੰਨ ਦਾ ਫਲ ਬੈਠੇ ਨੂੰ ਪ੍ਰਾਪਤ ਹੋ ਜਾਏਗਾ। ਇਸ ਕਰਕੇ ਹਿਰਦੇ 'ਚ ਤਰਸ ਰਹਾ। ਕਬੀਰ ਸਾਹਿਬ ਦਾ ਕਹਿੰਦੇ ਕਬੀਰ, ਉਹ ਕਹਿੰਦੇ ਕਬੀਰ ਜੋਰ ਕੀ ਆਸੋ ਜ਼ੁਲਮ ਹੈ ਲੈ ਜਵਾਬ ਖੁਦਾਏ। ਕਹਿੰਦੇ ਤੂੰ ਜ਼ੁਲਮ ਕਰ ਰਿਹਾ ਨਾ, ਮਾੜਾ ਕਰਕੇ, ਨਤਾਣਾ ਕਰਕੇ, ਕਿਸੇ ਤੇ ਆਪਣੇ ਜ਼ੋਰ ਕਰਕੇ ਜ਼ੁਲਮ ਕਰਦਾ, ਤੇਰੇ ਕੋਲ ਜਵਾਬ ਖੁਦਾ ਮੰਗੇਗਾ। ਕਬੀਰ ਜੋਰ ਕੀ ਆਸੋ ਜ਼ੁਲਮ ਹੈ ਲੈ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕ ਸੇ ਮਾਰ ਮੋਹੇ ਖਾਏ। ਕਹਿੰਦੇ ਜਦੋਂ ਦਫ਼ਤਰ 'ਚ ਲੇਖਾ ਆਇਆ ਤਾਂ ਨਿਕਲਣਾ ਹੀ ਤੇਰੇ ਵੱਲੇ। ਫਿਰ ਨੀਕ ਸੇ ਦਾ ਅਰਥ ਹੁੰਦਾ ਨਿਕਲਣਾ ਤੇਰੇ ਵੱਲੇ, ਬਾਕੀ ਬਚਣੀ ਹੈ। ਤੇ ਜਿਵੇਂ ਤੂੰ ਜ਼ੁਲਮ ਕੀਤਾ ਤੇਰੇ ਮੂੰਹ ਤੇ ਵੱਜਣਗੀਆਂ। ਉੱਥੇ ਕਬੀਰ ਸਾਹਿਬ ਦਾ ਬਚਨ, ਮਾਰ ਮੋਹੇ ਖਾਏ। ਕਹਿੰਦੇ ਖਾਣੀਆਂ ਪੈਣੀਆਂ ਤੇਰੇ ਮੂੰਹ ਤੇ, ਉੱਥੇ ਫਿਰ ਜੰਮ ਮਾਰਨਗੇ ਤੈਨੂੰ, ਕਿਉਂਕਿ ਜ਼ੁਲਮ ਕੀਤਾ, ਦਇਆ ਕੀਤੀ ਨਹੀਂ ਨਾ ਕਿਸੇ ਤੇ। ਕਬੀਰ ਜੀ ਜੋ ਮਾਰੇ जोर कर कहते हैं जो हलाल। दफ्तर दे जब काढ़े हो वो कौन हवाल कहते एक दिन वो दफ्तर च देखा पूछा तेरी बांह कौन फड़ेगा, तू कर करके जुल्म ते हलाल कही जाना उन्होंने सिर्फ अपने मन के प्रवास वास्ते। इस करके जी ते दया रखना, तरस वाला हिरदा रखना। ये कहते तेरा सारे तीर्थों के इशनान के पुण्य नालों किते उपर है। जिसनों देवे दया कर सोई पुरख सुजान। ये दात दया करके जिन्होंने परमात्मा दे देवे, नाम दी माझ मंगल साधना साध संगत की चरण धूड़, ये सिमरन भजन जे किसी को कृपा करके बख्श देवे। जिसनों देवे दया कर सोई पुरख सुजान। कहते असल तो सियाणा वो है, नहीं तो लोग तो सियाणा
ਬਹੁਤੇ ਜ਼ਿਆਦਾ ਸਾਧ ਸੰਗਤ ਜੀ ਦੁਨਿਆਵੀ ਅਕਲ ਰੱਖਣ ਵਾਲੇ ਨੂੰ ਲੋਕ ਸਿਆਣਾ ਕਹਿੰਦੇ, ਹੁੰਦਾ ਵੀ ਹੈ ਚਲੋ ਦੁਨਿਆਵੀ ਤੌਰ ਤੇ, ਪਰ ਮਹਾਰਾਜ ਗੁਰਮਤਿ ਅਨੁਸਾਰ ਗੁਰਬਾਣੀ ਅਨੁਸਾਰ ਕਹਿੰਦੇ ਚਤਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ। ਉਹ ਚਤਰ, ਉਹ ਸਿਆਣਾ, ਉਹ ਸੁਗੜਾ ਜਿਹੜਾ ਹੰਕਾਰ ਨਹੀਂ ਕਰਦਾ ਕਿਸੇ ਗੱਲ ਦਾ। ਮਹਾਰਾਜ ਕਹਿੰਦੇ ਅਸਲ 'ਚ ਉਹ ਸੁਜਾਨ ਜਿਹਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ। ਕਹਿੰਦੇ ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲਿਆ, ਮੈਂ ਉਹਨਾਂ ਤੋਂ ਬਲਹਾਰ ਹਾਂ, ਮੈਂ ਕੁਰਬਾਨ ਹਾਂ, ਮੈਂ ਸਦਕੇ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਪਿਆ। ਮਾਘ ਸੁੱਚੇ ਸੇ ਕਾਂਢੀਏ, ਸੁੱਚੇ ਹੋਣ ਦਾ ਮਹਾਰਾਜ ਦੱਸ ਰਹੇ ਤਰੀਕਾ, ਵਿਧੀ। ਕਾਂਢੀਏ ਹੁੰਦਾ ਕਹਿਣਾ, ਮਾਘ ਸੁੱਚੇ ਸੇ, ਕਹਿੰਦੇ ਮਾਘ ਦੇ ਮਹੀਨੇ 'ਚ ਤ੍ਰਿਵੇਣੀ ਜਾ ਕੇ ਇਸ਼ਨਾਨ ਕਰਨ ਨਾਲ ਸੁੱਚਾ ਨਹੀਂ ਜੇ ਕਿਸੇ ਨੇ ਹੋਣਾ। ਸੂਚੇ ਨਾ ਆਖੀਏ ਪੈਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਈ। ਕਹਿੰਦੇ ਸੁੱਚਾ ਉਹ ਜਿਹਦੇ ਮਨ 'ਚ ਪ੍ਰੇਮ ਹੈ, ਨਾਮ ਵਸਿਆ, ਕੋਈ ਭਜਨ ਬੰਦਗੀ, ਕੋਈ ਥੋੜਾ ਤਰਸ ਦਇਆ ਹੈਗੀ, ਉਹ ਸੁੱਚਾ ਹੀ ਹੈ। ਮਾਘ ਸੁੱਚੇ ਸੇ ਕਾਂਢੀਏ, ਕਿਉਂਕਿ ਇਸ਼ਨਾਨ ਦੀ ਗੱਲ ਚੱਲ ਰਹੀ, ਤੀਰਥ ਤੇ ਇਸ਼ਨਾਨ ਦੀ। ਮਾਰੇ ਕਹਿੰਦੇ ਨੇ ਤੀਰਥ ਤਾਂ ਸੰਗਤ ਹੀ ਹੈ ਗੁਰਮੁਖੋ, ਔਰ ਉਹ ਸੁੱਚੇ ਆਖੇ ਜਾਣਗੇ ਮਾਘ ਦੇ ਮਹੀਨੇ ਵਿੱਚ, ਉਹ ਪਵਿੱਤਰ ਹੀ ਗਿਣੇ ਜਾਣਗੇ। ਮਾਘ ਸੁੱਚੇ ਸੇ ਕਾਂਢੀਏ ਜਨ ਪੂਰਾ ਗੁਰ ਮਿਹਰਬਾਨ, ਜਿਹਨਾਂ ਤੇ ਪੂਰਾ ਗੁਰੂ ਮਿਹਰਬਾਨ ਹੈ ਉਹ ਸੁੱਚੇ ਆ ਗੁਰਮੁਖੋ। ਤੇ ਕਿਹਨਾਂ ਤੇ ਗੁਰੂ ਮਿਹਰਬਾਨ ਹੈ, ਕਿਵੇਂ ਗੁਰੂ ਮਿਹਰਬਾਨ ਹੁੰਦਾ, ਇਹ ਵਿਚਾਰਾਂ ਆਪਾਂ ਕੁਝ ਕੱਲ ਨੂੰ ਕਰ ਲਾਂਗੇ ਬਈ ਕਿਵੇਂ ਗੁਰੂ ਸਾਹਿਬ ਮਿਹਰਬਾਨ ਹੁੰਦੇ ਗੁਰਮੁਖੋ, ਔਰ ਕਿਹਨਾਂ ਤੇ, ਔਰ ਕਿਹੜੀ ਵਿਧੀ ਹੈ ਮਹਾਰਾਜ ਦੀ ਮਿਹਰਬਾਨੀ ਪ੍ਰਾਪਤ ਕਰਨ ਦੀ। ਕਹਿੰਦੇ ਜਿਨ੍ਹਾਂ ਤੇ ਮਿਹਰਬਾਨ ਉਹ ਤਾਂ ਸੁੱਚੇ ਹੀ ਹੈ। ਸੋ ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਧ ਸੰਗਤ ਦੀ, ਕਿਉਂਕਿ ਮਾਘ ਦੀ ਸੰਗਰਾਂਦ ਹੈ ਔਰ ਇਹ ਉਸ ਖਿੱਤੇ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ ਮਾਘ ਦੀ ਸੰਗਰਾਂਦ। ਸੋ ਇਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਆਪਣਾ ਮਹੀਨਾ ਗੁਰੂ ਦੇ ਗੁਣ ਗਾਉਂਦਾ ਸਾਧ ਸੰਗਤ ਜੀ ਬਤੀਤ ਹੋਵੇ, ਸਭ ਦੀ ਚੜ੍ਹਦੀ ਕਲਾ, ਨਿਤਨੇਮ, ਭਜਨ ਬੰਦਗੀ ਦੀ ਦਾਤ ਇਹ ਇਸ ਮਹੀਨੇ ਦੀ ਪ੍ਰਾਰੰਭ ਤੇ ਆਪਾਂ ਇਹ ਸਤਿਗੁਰੂ ਜੀ ਤੋਂ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਦੇ ਹਾਂ, ਵਿਚਾਰ ਕਰਦੇ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨੂੰ ਅੱਜ ਸੰਗਤ ਖਿਮਾ ਬਖਸ਼ਿਆ ਜੀ। ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਦਿਨਾਂ ਦਾ, ਔਰ ਖਾਸ ਕਰਕੇ ਗੁਰਮੁਖ ਪਿਆਰੇ ਜਿਹੜੇ ਇੱਥੇ ਸੇਵਾ ਕਰਦੇ ਨੇ ਸਾਧ ਸੰਗਤ ਜੀ, ਉਹਨਾਂ ਵੀ ਗੁਰਮੁਖਾਂ ਦਾ ਬਹੁਤ ਧੰਨਵਾਦ। ਸਾਰਿਆਂ ਦਾ ਹੀ ਇਸ ਗੁਰੂ ਘਰ ਨੂੰ ਵਧੀਆ ਸੁਚੱਜੇ ਢੰਗ ਨਾਲ ਚਲਾਉਣ ਵਾਲੇ ਗੁਰਮੁਖਾਂ ਦਾ ਵੀ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ